संता को मत कोई निंदो, संत राम है एको। कह कबीर मैं सो गुर पाया, जाका नाम विवेको। वाहिगुरु जी का खालसा, वाहिगुरु जी की फतेह। गुरु रूप गुरु खालसा साध संगत जीओ। ਆਪਣੇ ਸਾਰਿਆਂ ਦੇ ਬਹੁਤ ਹੀ ਉੱਤਮ ਭਾਗ ਹਨ ਜੋ ਕਿ ਆਪਾਂ ਨੂੰ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਰਾੜਾ ਸਾਹਿਬ ਵਾਲੇ ਤਿੰਨਾਂ ਦੇ ਜੀਵਨ ਪ੍ਰਤੀ ਵਿਚਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸੋ ਸਾਰੀ ਸੰਗਤ ਮਨ ਚਿੱਤ ਬੁੱਧ ਨੂੰ ਇਕਾਗਰ ਕਰੋ ਅਤੇ ਜੋ ਆਪ ਲਾਈਵ ਕਥਾ ਸਰਵਣ ਕਰ ਰਹੇ ਹੋ ਇਸ ਨੂੰ ਵੱਧ ਤੋਂ ਵੱਧ ਅੱਗੇ ਗਰੁੱਪਾਂ ਵਿੱਚ ਸ਼ੇਅਰ ਕਰੋ ਤਾਂ ਕਿ ਸੰਗਤਾਂ ਲਾਹੇ ਪ੍ਰਾਪਤ ਕਰ ਸਕਣ ਅਤੇ ਸਾਰੀ ਸੰਗਤ ਇਸ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰੋ ਅਤੇ ਸਾਰੀ ਕਥਾ ਧਿਆਨ ਨਾਲ ਸਰਵਣ ਕਰਿਓ ਜੀ। ਅਤੇ YouTube ਚੈਨਲ ਸੰਤ ਆਸ਼ਰਮ ਮਲੇਸ਼ੀਆ ਟੀਵੀ ਉਸ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਤੇ ਸਾਰੀ ਸੰਗਤ ਕਮੈਂਟਾਂ ਵਿੱਚ ਵਾਹਿਗੁਰੂ ਜੀ ਲਿਖਿਆ ਕਰੋ ਅਤੇ ਵੱਧ ਤੋਂ ਵੱਧ ਕਥਾ ਸ਼ੇਅਰ ਕਰਿਆ ਕਰੋ। ਅੱਜ ਆਪਾਂ ਨੇ 443 ਨੰਬਰ ਅੰਗ ਤੇ ਵਿਚਾਰ ਪ੍ਰਾਰੰਭ ਕਰਨੀ ਹੈ। ਸਰਦਾਰ ਗੁਰਦੇਵ ਸਿੰਘ ਗਰੇਵਾਲ ਗਹਿਗੱਡ। ਸਰਦਾਰ ਗੁਰਦੇਵ ਸਿੰਘ ਗਰੇਵਾਲ ਲਲ ਤੋਂ ਗਹਿਗੱਡ ਦਾ ਜਨਮ ਲੁਧਿਆਣੇ ਜ਼ਿਲ੍ਹੇ ਵਿੱਚ ਛੋਟੀ ਲਲ ਤੋਂ 1935 ਈਸਵੀ ਵਿੱਚ ਸਰਦਾਰ ਮਿਸ਼ਰਾ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਤੋਂ ਹੋਇਆ। 8ਵੀਂ ਜਮਾਤ ਤੱਕ ਪਿੰਡ ਦੇ ਸਕੂਲ ਵਿੱਚ ਪੜ੍ਹਾਈ ਕੀਤੀ। 1950 ਈਸਵੀ ਵਿੱਚ ਸੰਤ ਗਿਆਨੀ ਗੁਰਦਿਆਲ ਸਿੰਘ ਠੱਕਰਵਾਲ ਤੋਂ ਅੰਮ੍ਰਿਤ ਛਕਿਆ। ਪਹਿਲੀ ਵਾਰ ਕਰਮਸਰ ਦਾ ਦੀਦਾਰ ਕੀਤਾ ਜਦੋਂ ਸੰਤ ਜੀ ਮਹਾਰਾਜ ਨੇ ਲਲ ਤੋਂ ਖੁਰਦ ਸਰਦਾਰ ਜਗਨ ਸਿੰਘ ਦੇ ਘਰ 2 ਅਖੰਡ ਪਾਠ ਕੀਤੇ। ਦੀਵਾਨ ਸਜੇ ਤਾਂ ਉਸ ਸਮੇਂ ਪਹਿਲੀ ਵਾਰ ਦਰਸ਼ਨ ਦੀਦਾਰ ਤੇ ਕੀਰਤਨ ਸੁਣਿਆ। 20/8/60 ਨੂੰ ਦਿੱਲੀ ਮੋਹਨ ਸਿੰਘ ਕੋਕਾ ਕੋਲਾ ਵਾਲਿਆਂ ਦੀ ਕੋਠੀ ਹਜੂਰ ਨੇ ਨਾਮ ਦੀ ਦਾਤ ਬਖਸ਼ੀ ਅਤੇ ਮਾਲੀ ਹਾਲਤ ਭੋਗ ਮੋਖ ਘਾਟਾ ਨਹੀਂ ਰਹੇਗਾ। ਸੋ ਲਗਾਤਾਰ 9 ਸਾਲ ਸੰਤ ਜੀ ਮਹਾਰਾਜ ਦੇ ਕੀਰਤਨ ਸਮੇਂ ਹਜ਼ੂਰ ਦੇ ਪ੍ਰੋਗਰਾਮਾਂ ਨੂੰ ਦੱਸਣ ਵਾਸਤੇ ਸਟੇਜਾਂ ਤੇ ਬੋਲਦਾ ਰਿਹਾ। ਮੁਰਾਦਾਬਾਦ, ਹਾਪੜ, ਦੇਹਰਾਦੂਨ, ਦਿੱਲੀ ਤੇ ਹੋਰ ਯੂਪੀ ਦੇ ਸ਼ਹਿਰਾਂ 'ਚ ਦਰਸ਼ਨਾਂ ਨੂੰ ਜਾਂਦੇ ਰਹੇ। ਸੰਤ ਸਮਾਜ ਦੀਆਂ ਮੀਟਿੰਗਾਂ ਸਮੇਂ ਜਿਹਾ ਕਿ ਭਿੰਡਰੀ 26/8/58 ਨੂੰ ਫਿਰ ਨਾਨਕਸਰ ਕਲੇਰਾਂ 3 ਵਾਰ ਕਰਮਸਰ ਰਾੜਾ ਸਾਹਿਬ ਰਾਮਪੁਰ ਤੇ ਬੰਗੇ ਹੋਈ। ਸੇਵਾ ਵਿੱਚ ਹਾਜ਼ਰ ਸਨ। ਦਮਦਮੇ ਸਾਹਿਬ ਗੁਰਦੁਆਰਾ ਪਾਤਸ਼ਾਹੀ 9ਵੀਂ ਦੇ ਮੰਜੀ ਸਾਹਿਬ ਦਾ ਨੀਂਹ ਪੱਥਰ ਰੱਖਣ ਸਮੇਂ ਸੰਤ ਜੀ ਮਹਾਰਾਜ ਦੇ ਨਾਲ ਗਏ ਸਨ। ਜਦੋਂ ਜਲੰਧਰ ਸ਼ਹਿਰ ਅੱਡਾ ਬਸਤੀਆਂ ਸਰਦਾਰ ਨਿਹਾਲ ਸਿੰਘ ਰਾਮਗੜੀਆ ਲਾਹੌਰ ਵਾਲਿਆਂ ਦੇ ਘਰ ਅਖੰਡ ਪਾਠ ਕੀਤਾ ਤਾਂ ਸੰਤ ਜੀ ਮਹਾਰਾਜ ਜੈਨ ਗਏ ਜੋ ਬਾਬਾ ਹਰਨਾਮ ਸਿੰਘ ਜੀ ਦਾ ਪਵਿੱਤਰ ਸਥਾਨ ਹੈ। ਉੱਥੇ ਸੇਵਾਦਾਰਾਂ ਨੇ 500 ਰੁਪਇਆ ਤੇ ਸਿਰੋਪਾਓ ਭੇਟਾ ਕੀਤਾ ਪਰ ਆਪ ਜੀ ਨੇ ਕੇਵਲ ਸਿਰੋਪਾਓ ਹੀ ਸਵੀਕਾਰ ਕੀਤਾ। ਰਸਤੇ ਵਿੱਚ ਹਜ਼ਾਰੇ ਪਿੰਡ ਜਸਵੰਤ ਸਿੰਘ ਬਤੂਤ ਦੇ ਪਾਸ ਠਹਿਰੇ। ਉਸ ਸਮੇਂ ਵੀ ਗੁਰਦੇਵ ਸਿੰਘ ਵੀ ਨਾਲ ਸੀ। ਸੁਲੇਮਾਨ ਕਾਜੀ ਦੀ ਪ੍ਰੇਤ ਜੂਨੀ ਤੋਂ ਕਲਿਆਣ। ਆਪ ਜੀ ਹਰੇਕ ਸਾਲ ਯੂਪੀ ਦੇ ਇਲਾਕੇ ਨੂੰ 3 ਮਹੀਨਿਆਂ ਦਾ ਸਮਾਂ ਬਖਸ਼ਦੇ। ਰਹਾਇਸ਼ ਆਪਣੇ ਪਰਮ ਪ੍ਰੀਤਵਾਨ ਗੁਰਮੁਖਾਂ ਦੇ ਬਣਾਏ ਭੋਰੇ ਵਿੱਚ ਹਾਪੜ ਰੱਖਿਆ ਕਰਦੇ। ਸਮਾਂ ਸਾਰੇ ਸ਼ਹਿਰਾਂ ਨੂੰ ਵੰਡ ਕੇ ਦਿੰਦੇ। ਮੇਰਠ, ਮੁਜ਼ੱਫਰਨਗਰ, ਗਾਜ਼ੀਆਬਾਦ, ਦੌਰਾਲੇ, ਮੁਰਾਦਾਬਾਦ, ਬੁਲੰਦ ਸ਼ਹਿਰ, ਖਤੌਲੀ ਆਦਿ ਥਾਵਾਂ ਤੇ ਕੀਰਤਨ ਕਰਦੇ। ਇੱਕ ਦਫਾ ਆਪ ਜੀ ਹਾਪੜ ਠਹਿਰੇ। 17/10/67 ਨੂੰ ਸਵੇਰੇ ਕੁਰਸੀ ਦੇ ਸਮੇਂ ਜੋ ਕਿ 8 ਤੋਂ 9 ਵਜੇ ਤੱਕ ਹਰ ਰੋਜ਼ ਪਰਮਾਰਥਕ ਬਚਨਾਂ ਵਾਸਤੇ 1 ਘੰਟਾ ਖੁੱਲਾ ਦਰਸ਼ਨ ਬਖਸ਼ਦੇ। 26 ਸਾਲ ਦੀ ਉਮਰ ਦਾ ਇੱਕ ਨੌਜਵਾਨ ਸਾਹਮਣੇ ਬੈਠਾ, ਸਿਰ ਦੇ ਵਾਲ ਕੱਟੇ, ਦਾੜੀ ਵੀ ਸਫਾ, ਮੌਲਵੀ ਟਾਈਪ ਦੀਆਂ ਮੁੱਛਾਂ, ਫਟੇ ਪੁਰਾਣੇ ਅਤੇ ਮੈਲ ਭਰੇ ਹੋਏ ਖੱਦਰ ਦੇ ਬਸਤਰ ਉਸਦੇ ਵਿੱਚ ਪਾਉਣ ਆਈ ਤੇ ਹਜ਼ੂਰ ਨੇ ਸਾਹਮਣੇ ਸਿਰ ਹਿਲਾ ਕੇ ਖੇਡਣ ਲੱਗਾ ਤੇ ਉਰਦੂ ਵਿੱਚ ਬੋਲਣ ਲੱਗ ਪਿਆ। ਆਪ ਜੀ ਨੇ ਕਿਹਾ, ਕਿਉਂ ਬਈ, ਕੀ ਗੱਲ ਹੈ, ਤੂੰ ਕੌਣ ਹੈ? ਉਸਨੇ ਅਰਜ਼ ਕੀਤੀ ਕਿ ਮੇਰੀ ਬੇਨਤੀ ਅਲੱਗ ਹੋ ਕੇ ਸੁਣੋ। ਹੁਕਮ ਕੀਤਾ, ਅੱਜ ਤਾਂ ਕੁਰਸੀ ਤੋਂ ਉੱਠਣ ਦਾ ਸਮਾਂ ਹੋ ਗਿਆ ਹੈ।
ਹੁਣ ਕੱਲ ਸੁਣਾਂਗੇ ਦੂਸਰੇ ਦਿਨ 19 ਤਰੀਕ 10ਵਾਂ ਮਹੀਨਾ 1967 ਨੂੰ ਕੁਝ ਕੁ ਖਾਸ ਪ੍ਰੇਮੀਆਂ ਦੇ ਸਾਹਮਣੇ ਆਪਣੇ ਪਾਸ ਭੋਰੇ ਵਿੱਚ ਬੁਲਾ ਲਿਆ ਤੇ ਆਖਿਆ, ਦੱਸ ਬਈ ਕੀ ਗੱਲ ਹੈ। ਤਾਂ ਉਸ ਰੂਹ ਨੇ ਫਿਰ ਉਸ ਆਦਮੀ ਵਿੱਚ ਪ੍ਰਵੇਸ਼ ਹੋ ਕੇ ਸਿਰ ਮਾਰਦਿਆਂ ਉਰਦੂ ਵਿੱਚ ਬਚਨ ਕੀਤੇ ਕਿ ਮਹਾਰਾਜ, ਮੈਂ ਸੁਲੇਮਾਨ ਨਾਮ ਦਾ ਸ਼ਾਹੀ ਕਾਜੀ ਸਾਂ, ਜੋ ਹੁਣ ਪ੍ਰੇਤ ਜੂਨੀ ਵਿੱਚ ਦੁੱਖ ਭੋਗ ਰਿਹਾ ਹਾਂ। ਅੱਜ ਤੋਂ 1000 ਸਾਲ ਪਹਿਲਾਂ ਈਰਾਨ ਤੋਂ ਮਹਿਮੂਦ ਗਜਨਵੀ ਦੇ ਪਹਿਲੇ ਹੱਲੇ ਸਮੇਂ ਉਸਦੇ ਨਾਲ ਹਿੰਦੁਸਤਾਨ ਚ ਆਇਆ ਸੀ। ਉਹ ਤਾਂ ਦੇਸ਼ ਦਾ ਹੁਸਨ ਤੇ ਦੌਲਤ ਲੁੱਟ ਕੇ ਵਾਪਸ ਮੁੜ ਗਿਆ। ਮੈਂ ਸਹਾਰਨਪੁਰ ਦੇ ਮੁਗਲ ਖੇੜੇ ਪਿੰਡ ਵਿੱਚ ਠਹਿਰ ਗਿਆ। ਮੇਰੀਆਂ 3 ਬੇਗਮਾਂ ਤੇ ਇੱਕ ਸੁੰਦਰ ਲੜਕੀ ਸੀ। ਇਹ ਲੜਕਾ ਜਿਸ ਦੇ ਵਿੱਚ ਮੈਂ ਪ੍ਰਵੇਸ਼ ਹਾਂ ਉਸ ਸਮੇਂ ਹਿੰਦੂ ਪਟਵਾਰੀ ਸੀ। ਮੇਰੀ ਲੜਕੀ ਨੂੰ ਲੁਭਾਇਮਾਨ ਕਰਕੇ ਲੈ ਗਿਆ। ਮੈਂ ਲੱਭਦਾ ਰਿਹਾ ਪਰ ਮਿਲਿਆ ਨਾ। ਭੂਤ ਵਿਦਿਆ ਦਾ ਜਾਣੂ ਸਾਂ। ਐਵੇਂ ਕਿਸੇ ਮਗਰ ਭੂਤ ਛੱਡ ਕੇ ਉਸ ਤੋਂ ਪੈਸੇ ਲੈ ਕੇ ਕੱਢਣੇ, ਤਵਾਸਤ ਵਿੱਚ ਬੇਅੰਤ ਬੇਗੁਨਾਹ ਹਿੰਦੂ ਕਤਲ ਕਰਵਾਏ। ਨਮਾਜ਼ਾਂ ਵੀ ਪੜ੍ਹਦਾ, ਰੋਜ਼ੇ ਵੀ ਰੱਖਦਾ, ਪਰ ਦਿਖਾਵੇ ਵਾਸਤੇ। ਸੀਨੇ ਗੁਰਾ ਬੇਪੀਰਾ। 70 ਸਾਲ ਦੀ ਉਮਰ ਵਿੱਚ ਮੇਰੀ ਮੌਤ ਹੋ ਗਈ। ਉਹ ਪੀਰ ਦੱਸ ਰਿਹਾ ਹੈ, ਉਹ ਕਾਜੀ। ਉਸੇ ਪਿੰਡ ਮੇਰੀ ਕਬਰ ਬਣੀ ਹੈ, ਜਿਸਨੂੰ ਭੁੱਲੜ ਕਹੋ ਜਾਂ ਸ਼ਰਧਾਲੂ ਲੋਕ ਅੱਜ ਤੱਕ ਪੂਜਦੇ ਹਨ। ਜਦੋਂ ਮੈਨੂੰ ਧਰਮ ਰਾਜਾ ਦੇ ਦੂਤਾਂ ਨੇ ਮਾਰਿਆ, ਕੁੱਟਦਿਆਂ ਬੁਰੀ ਹਾਲਤ ਵਿੱਚ ਧਰਮ ਰਾਜਾ ਦੇ ਪੇਸ਼ ਕੀਤਾ। ਅਗਨੀ ਨਾਲ ਤਾਏ, ਲਾਲ ਤਾਂਬੇ ਵਾਂਗ ਭਖਦਾ ਚਿਹਰਾ, ਦੁੱਧ ਚਿੱਟਾ ਦਾੜਾ, 16 ਕੋਹਾਂ ਵਿੱਚ ਉਸਦਾ ਸਿੰਘਾਸਨ ਦੇਖ ਕੇ ਮੈਂ ਕੰਬਣ ਲੱਗ ਗਿਆ। ਉਸਨੇ ਮੇਰੇ ਗੁਨਾਹਾਂ ਵੱਲ ਤੱਕਿਆ। ਨਿਗੁਰਾ ਹੋਣ ਦੀ ਵਜ੍ਹਾ 1000 ਵਰ੍ਹਾ ਪ੍ਰੇਤ ਜੂਨੀ ਵਿੱਚ ਰਹਿਣ ਦੀ ਸਜ਼ਾ ਦੇ ਦਿੱਤੀ। ਮੈਂ ਤਾਹਾਂ ਮਾਰ ਕੇ ਅਰਜ਼ ਕੀਤੀ, ਮੇਰਾ ਭਲਾ ਕਿਵੇਂ ਹੋਵੇਗਾ। ਉਸਨੇ ਕਿਹਾ, ਸਜ਼ਾ ਦਾ ਸਮਾਂ ਖਤਮ ਹੋਣ ਤੋਂ ਕਿਸੇ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਦੁਆਰਾ ਤੈਨੂੰ ਪ੍ਰੇਤ ਜੂਨੀ ਤੋਂ ਛੁਟਕਾਰਾ ਮਿਲੇਗਾ। ਮੈਂ ਬੜਾ ਸੜਦਾ, ਬਲਦਾ, ਤੜਫਦਾ, ਦੁਖੀ ਹੁੰਦਾ, ਬਦਰੂ ਵਿੱਚ ਭਟਕ ਰਿਹਾ ਹਾਂ। ਪ੍ਰੇਤ ਜੂਨ 2 ਤੱਤਾਂ ਦੇ ਸੂਖਮ ਸਰੀਰ ਵਾਲੀ ਹੁੰਦੀ ਹੈ, ਅੱਗ ਤੇ ਹਵਾ। ਹੱਡੀਆਂ ਕੋਇਲੇ ਤੇ ਗੰਦਗੀ ਖਾਣ ਨੂੰ ਮਿਲਦੀ ਹੈ। 1.25 ਮਣ ਦੀ ਭੁੱਖ ਤੇ ਸੂਈ ਦੇ ਨੱਕੇ ਜਿਤਨਾ ਮੁੱਖ ਹੁੰਦਾ ਹੈ। ਸਦੀਵੀ ਭਟਕਦਾ ਤੇ ਦੁਖੀ ਹੁੰਦਾ ਫਿਰਦਾ ਹਾਂ। ਕਿਤੇ ਵੀ ਟਿਕਾਓ ਸ਼ਾਂਤੀ ਨਹੀਂ ਹੁੰਦੀ। 1 ਮਿੰਟ ਵਿੱਚ ਸਾਰੀ ਦੁਨੀਆ ਦਾ ਚੱਕਰ ਕੱਟ ਸਕਦਾ ਹਾਂ। ਆਪ ਮੇਰੇ ਤੇ ਤਰਸ ਕਰੋ। ਉਹ ਸਮਾਂ ਵੀ ਆ ਗਿਆ ਅਤੇ ਪੂਰਨ ਪੁਰਸ਼ ਵੀ ਮਿਲ ਪਏ। ਤਬਦੀਲੀ ਤੋਂ ਬਾਅਦ ਇਸ ਲੜਕੇ ਦੇ ਪਿਤਾ, ਜਿਸ ਵਿੱਚ ਮੈਂ ਪ੍ਰਵੇਸ਼ ਹਾਂ, ਡਾਕਟਰ ਸ਼ੇਰ ਸਿੰਘ ਨੂੰ ਉਸੇ ਪਿੰਡ ਮੁਗਲ ਖੇੜੇ ਜ਼ਮੀਨ ਅਲਾਟ ਹੋ ਗਈ। ਅੱਜ ਤੋਂ 7 ਸਾਲ ਪਹਿਲਾਂ ਜਦੋਂ ਉਹ 19ਵੇਂ ਸਾਲ 9ਵੀਂ ਜਮਾਤ ਵਿੱਚ ਪੜ੍ਹਦਾ ਸੀ, ਇਸਨੇ ਮੇਰੀ ਕਬਰ ਤੇ ਪਿਸ਼ਾਬ ਕਰ ਦਿੱਤਾ। ਮੈਂ ਇਸ ਨੂੰ ਇਕੱਠਾ ਕਰਕੇ ਗਰਸ ਲਿਆ। 4 ਸਾਲ ਬੋਲਣ ਹੀ ਨਹੀਂ ਦਿੱਤਾ। ਕਈ ਥਾਵਾਂ ਤੇ ਲੈ ਕੇ ਗਏ ਪਰ ਕਾਮਯਾਬ ਨਾ ਹੋਏ। ਫਿਰ ਜਦੋਂ ਡੇਰਾ ਬੜਭਾਗ ਸਿੰਘ ਇਸ ਨੂੰ ਲੈ ਕੇ ਗਏ, ਧੌਲੀ ਧਾਰ ਹੇਠਾਂ ਸਿਰ ਕੀਤਾ। ਜਦੋਂ ਉੱਪਰੋਂ ਪਾਣੀ ਪਿਆ ਤਾਂ ਮੈਂ ਬੋਲਿਆ ਕਿ ਮੇਰਾ ਨਾਮ ਸੁਲੇਮਾਨ ਸੀ ਤੇ ਮੈਂ ਸ਼ਾਹੀ ਕਾਜੀ ਹਾਂ। ਹੁਣ ਪ੍ਰੇਤ ਬਣ ਕੇ ਮੋਹਨ ਸਿੰਘ ਦੇ ਅੰਦਰ ਪ੍ਰਵੇਸ਼ ਹੋਇਆ ਹਾਂ। ਪਰ ਮੇਰਾ ਹਿੰਦੁਸਤਾਨ ਭਰ ਵਿੱਚ ਚੈਲੰਜ ਹੈ ਕਿ ਇਸ ਦੇ ਅੰਦਰੋਂ ਕੋਈ ਵੀ ਮੈਨੂੰ ਕੱਢ ਨਹੀਂ ਸਕਦਾ। ਇਸ ਦਾ ਪਿਤਾ ਕਈ ਮਾਂਦਰੀਆਂ ਕੋਲ ਲੈ ਕੇ ਗਿਆ। ਉਹ ਜੋ ਮੰਤਰ ਬੋਲਦੇ, ਮੈਂ ਨਾਲ ਹੀ ਪੜ੍ਹ ਕੇ ਉਹਨਾਂ ਦਾ ਮੰਤਰ ਕੱਟ ਦਿੰਦਾ। ਇਹ ਵੀ ਕਹਿੰਦਾ, ਜੇਕਰ ਆਪਣੀ ਸੁੱਖ ਚਾਹੁੰਦੀ ਹੋ ਇਸ ਨੂੰ ਰਾਜ਼ੀ ਕਰ। ਇਹ ਸੁਣ ਕੇ ਉਹ ਡਰ ਜਾਂਦੇ। ਜਦੋਂ ਕਿਸੇ ਦੇ ਮੰਤਰ ਦਾ ਅਸਰ ਹੀ ਨਾ ਹੋਇਆ ਤਾਂ ਇਹ ਕਈ ਮਹਾਂਪੁਰਸ਼ਾਂ ਪਾਸ ਵੀ ਲੈ ਕੇ ਗਏ, ਪਰ ਮੈਂ ਉਹਨਾਂ ਤੋਂ ਵੀ ਕਾਬੂ ਨਾ ਆਇਆ, ਕਿਉਂਕਿ ਮੈਂ ਤਾਂ ਨਜਾਤ ਮੁਕਤੀ ਚਾਹੁੰਦਾ ਸਾਂ। ਉਹ ਕਿਸੇ ਪਾਸ ਹੈ ਹੀ ਨਹੀਂ। ਸੋ ਗਰੀਬ ਨਿਵਾਜ, ਆਪ ਹੁਣ ਮੇਰੇ ਤੇ ਕਿਰਪਾ ਕਰੋ, ਪ੍ਰੇਤ ਜੂਨੀ ਤੋਂ ਛਡਾਓ, ਮੈਂ ਬੜਾ ਹੀ ਦੁਖੀ ਹਾਂ। ਹਜ਼ੂਰ ਨੇ ਬਚਨ ਕੀਤਾ, ਮੁਕਤੀ ਜੁਗਤੀ ਨਾਲ ਮਿਲਦੀ ਹੈ, ਧੱਕੇ ਨਾਲ ਨਹੀਂ ਮਿਲਦੀ। ਤੈਨੂੰ ਪ੍ਰੇਤ ਜੂਨ ਤੋਂ ਮੁਕਤ ਕਰਕੇ ਮਨੁੱਖਾ ਜਨਮ ਦੇ ਦਿੰਦੇ ਆ, ਫਿਰ ਭਜਨ ਸਿਮਰਨ ਦੁਆਰਾ ਮੁਕਤੀ ਪਾ ਲਵੀਂ। ਮਹਾਂਪੁਰਸ਼ ਪਰਮੇਸ਼ਰ ਦੀ ਮਰਿਆਦਾ ਨੂੰ ਵਿਗਾੜਦੇ ਨਹੀਂ, ਉਹ ਤਾਂ ਕਾਇਮ ਕਰਨ ਵਾਸਤੇ ਆਉਂਦੇ ਹਨ। ਉਹ ਮੋਹਨ ਸਿੰਘ ਤਾਂ ਮਾਮੂਲੀ ਅੰਗਰੇਜ਼ੀ ਤੇ ਪੰਜਾਬੀ ਦਾ ਜਾਣੂ ਸੀ
ਅਤੇ ਉਹ ਸੁਲੇਮਾਨ ਦਾ ਫਾਰਸੀ ਦਾ ਆਲਮ ਉਰਦੂ ਵਿੱਚ ਬੋਲਦਾ ਸੀ। ਕੁਰਾਨ ਦੀਆਂ ਆਇਤਾਂ ਦਾ ਬੜਾ ਸੁੰਦਰ ਪਾਠ ਬੋਲ ਕੇ ਅਰਥ ਕਰਦਾ ਸੀ। ਲੇਖਕ ਨੇ ਆਪ ਵੀ ਉਸ ਨਾਲ ਬਚਨ ਕੀਤੇ ਤੇ ਪ੍ਰੇਮੀਆਂ ਨੇ ਉਹ ਬਚਨ ਟੇਪ ਰਿਕਾਰਡ ਵੀ ਕੀਤੇ ਹਨ, ਜੋ ਹੁਣ ਵੀ ਸੁਣੇ ਜਾ ਸਕਦੇ ਹਨ, YouTube ਉੱਤੇ ਹੈ ਵੀ ਹਨ। ਗੁਰਬਾਣੀ ਵਿੱਚ ਵੀ ਭੂਤਾਂ ਪ੍ਰੇਤਾਂ ਦੀਆਂ ਜੂਨਾਂ ਲਿਖੀਆਂ ਹਨ। ਕਈ ਕੋਟ, ਜਖ, ਕਿੰਨਰ, ਪਿਸਾਚ, ਕਈ ਕੋਟ, ਭੂਤ ਪ੍ਰੇਤ, ਸੂਕਰ, ਮਿਰਗਾਚ ਤਥਾ ਪ੍ਰੇਤ, ਪਿੰਜਰ ਮਹਿ ਦੁਖ ਘਨੇਰੇ, ਨਰਕ ਪਚ ਹੈ ਅਗਿਆਨ ਅੰਧੇਰੇ ਤਥਾ ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਅਤੇ ਗੁਰ ਇਤਿਹਾਸ ਦੀ ਪੜਚੋਲ ਕੀਤਿਆਂ ਇਹ ਭੂਤ ਪ੍ਰੇਤ ਜੂਨਾਂ ਸਿੱਧ ਹੁੰਦੀਆਂ ਹਨ। ਜੈਸਾ ਕਿ ਤੀਸਰੇ ਪਾਤਸ਼ਾਹ ਜੀ ਨੇ ਵੀ ਸਤਿਗੁਰੂ ਅੰਗਦ ਦੇਵ ਜੀ ਦੀ ਆਗਿਆ ਪਾ ਕੇ ਭੂਤਾਂ ਪ੍ਰੇਤਾਂ ਦੀ ਉਜਾੜ ਕੀਤੀ ਧਰਤੀ ਗੋਇੰਦਵਾਲ ਨੂੰ ਵਸਾਇਆ ਅਤੇ ਉਹ ਸਾਰੀਆਂ ਗੁਪਤ ਰੂਹਾਂ ਡੱਲੇਵਾਸੀ ਭਾਈ ਲਾਲੋ ਸਿੱਖ ਦੀ ਸੇਵਾ ਵਿੱਚ ਦੇ ਦਿੱਤੀਆਂ। ਫਿਰ ਪੰਚਮ ਪਾਤਸ਼ਾਹ ਜੀ ਨੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਸਮੇਂ ਭਾਈ ਬਹਿਲੋ ਦੀ ਸੇਵਾ ਤੇ ਪ੍ਰਸੰਨ ਹੋ ਕੇ ਉਹ ਹੀ ਬਦਰੂਹਾਂ ਉਸਦੇ ਅਧੀਨ ਕਰ ਦਿੱਤੀਆਂ। ਭਾਈ ਬਹਿਲੋ ਦੇ ਪੋਤਰੇ ਭਾਈ ਭਗਤੇ ਨੇ ਭਗਤਾ ਨਾਮ ਦਾ ਨਗਰ ਵਸਾਇਆ, ਜੋ ਉਸ ਪਿੰਡ ਵਿੱਚ ਭੂਤਾਂ ਦਾ ਖੂਬ ਮਸ਼ਹੂਰ ਹੈ। ਫਿਰ ਦਸਮ ਪਾਤਸ਼ਾਹ ਜੀ ਨੇ ਬਠਿੰਡੇ ਦੇ ਕਿਲੇ ਸੰਡੇ ਦੀ ਬਲੀ ਦੇ ਕੇ ਕਾਣਾ ਦਿਓ ਕੱਢ ਕੇ ਸਰਹੰਦ ਭੇਜਿਆ। ਦਿੱਲੀ ਪ੍ਰੇਤ ਵਾਲੀ ਹਵੇਲੀ ਵਿੱਚ ਸਤਿਗੁਰਾਂ ਦੀ ਔਰੰਗਜ਼ੇਬ ਨੇ ਸ਼ਕਤੀ ਦੇਖਣ ਵਾਸਤੇ ਰਿਹਾਇਸ਼ ਕਰਵਾਈ। ਨੌਵੇਂ ਪਾਤਸ਼ਾਹ ਜੀ ਦੇ ਝੂਠੇ ਛਿੱਲੜ ਚੂਪ ਕੇ ਉਹ ਬਦਰੂ ਦਾ ਭਲਾ ਹੋ ਗਿਆ ਅਤੇ ਅਨੰਦਪੁਰ ਆਬਾਦ ਕਰਨ ਸਮੇਂ ਮਾਖੋ ਦੈਂਤ ਦਾ ਭਲਾ ਕੀਤਾ। ਇਤਿਆਦਿਕ ਹੋਰ ਵੀ ਅਨੇਕਾਂ ਇਤਿਹਾਸਕ ਘਟਨਾਵਾਂ ਹਨ। ਇਸ ਦੀ ਬੇਨਤੀ ਸੁਣ ਕੇ ਦਾਤੇ ਨੇ ਬਚਨ ਕੀਤਾ, ਦੱਸ ਤੈਨੂੰ ਅਮੀਰ ਦੇ ਘਰ ਭੇਜੀਏ ਕਿ ਗਰੀਬ ਦੇ? ਇਸਨੇ ਕਿਹਾ, ਮਹਾਰਾਜ ਤੁਹਾਡਾ ਸਤਸੰਗੀ ਹੋਵੇ, ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋਵੇ, ਮੈਂ ਤਾਂ ਮੁਕਤੀ ਚਾਹੁੰਦਾ ਹਾਂ, ਪਦਾਰਥ ਨਹੀਂ। ਉਸ ਸਮੇਂ ਛੋਟੀ ਲੜ ਤੋਂ ਪਿੰਡ ਦਾ ਸਰਦਾਰ ਗੁਰਦੇਵ ਸਿੰਘ ਗਰੇਵਾਲ, ਜਿਸਨੂੰ ਗਹਿ ਗੱਡ ਵੀ ਕਹਿੰਦੇ ਹਨ, ਪਾਸ ਬੈਠਾ ਸਾਰੀ ਵਾਰਤਾਲਾਪ ਸੁਣ ਰਿਹਾ ਸੀ, ਜਿਸ ਦੇ ਕਾਫੀ ਸਮਾਂ ਸ਼ਾਦੀ ਹੋਣ ਤੋਂ ਬਾਅਦ ਇੱਕ ਲੜਕੀ ਹੋ ਕੇ ਫਿਰ ਕੋਈ ਬੱਚਾ ਨਹੀਂ ਸੀ ਹੋਇਆ। ਬੜੇ ਇਲਾਜ ਕਰਵਾ ਚੁੱਕਿਆ ਸੀ। ਦਾਤੇ ਪਾਸ ਵੀ ਕਈ ਵਾਰ ਬੇਨਤੀ ਕੀਤੀ। ਹਜ਼ੂਰ ਸੁਣ ਕੇ ਮੁਸਕਰਾ ਛੱਡਦੇ। ਹੁਣ ਕਹਿਣ ਲੱਗੇ ਇਸ ਦੇ ਘਰ ਭੇਜ ਦਈਏ? ਉਸਨੇ ਕਿਹਾ, ਜੀ ਭੇਜ ਦੇਵੋ। ਫਿਰ ਗੁਰਦੇਵ ਸਿੰਘ ਨੂੰ ਪੁੱਛਿਆ, ਕਿਉਂ ਬਾਈ ਤੇਰੇ ਪਾਸ ਭੇਜ ਦਈਏ? ਉਸਨੇ ਅਰਜ਼ ਕੀਤੀ, ਮਹਾਰਾਜ ਕਰ ਦਿਓ ਕਿਰਪਾ। ਤਾਂ ਆਪਣੇ ਪਾਵਨ ਹੱਥਾਂ ਨਾਲ ਸਿਓ ਦਾ ਪ੍ਰਸ਼ਾਦ ਦੇ ਕੇ ਕਿਹਾ, ਘਰ ਵਾਲੇ ਨੂੰ ਛਕਾ ਦੇ, ਗੁਰੂ ਭਲੀ ਕਰੇਗਾ। ਦਾਤੇ ਦੀ ਬਖਸ਼ਿਸ਼ ਸਦਕਾ 5/8/68 ਮੁਤਾਬਕ 21 ਸਾਵਣ ਨੂੰ ਉਸਦੇ ਘਰ ਲੜਕੇ ਦਾ ਜਨਮ ਹੋਇਆ। ਪਰ ਪ੍ਰੇਤ ਦੀ ਰੂਹ ਜਨਮ ਸਮੇਂ ਤੱਕ ਉਸ ਮੋਹਨ ਸਿੰਘ ਦੇ ਅੰਦਰ ਹੀ ਬੋਲਦੀ ਰਹੀ। ਜਨਮ ਲੈਣ ਤੋਂ 1 ਘੰਟਾ ਪਹਿਲੇ ਸੰਤ ਜੀ ਮਹਾਰਾਜ ਤੋਂ ਆਗਿਆ ਲੈ ਕੇ ਚਲਾ ਗਿਆ। ਹੁਣ ਉਸ ਸਮੇਂ ਉਹ ਲੜਕਾ ਮੋਹਨ ਸਿੰਘ ਬਿਲਕੁਲ ਠੀਕ ਹੈ। ਜਦੋਂ ਸੰਤ ਜੀ ਮਹਾਰਾਜ ਨੇ ਕਹਿਣਾ ਤੂੰ ਇਸ ਨੂੰ ਛੱਡ ਕੇ ਚਲਾ ਜਾ, ਤਾਂ ਉਸਨੇ ਹਜ਼ੂਰ ਦੇ ਚਰਨ ਫੜ ਅਰਜ਼ ਕਰਨੀ, ਦਾਤਾ ਸਿੱਧਾ ਹੀ ਭੇਜ ਦਿਓ, ਗਰਭ ਦਾ ਕਸ਼ਟ ਨਾ ਦਿਖਾਓ। ਆਪ ਜੀ ਨੇ ਕਿਹਾ, ਮਰਿਆਦਾ ਵੀ ਕੋਈ ਚੀਜ਼ ਹੁੰਦੀ ਹੈ। ਇਸਨੇ ਕਹਿਣਾ, ਮਰਿਆਦਾ ਵੀ ਤੁਸਾਂ ਨੇ ਕਾਇਮ ਕੀਤੀ ਹੈ, ਇਸੇ ਤਰ੍ਹਾਂ ਚਰਨਾਂ ਵਿੱਚ ਹੀ ਰੱਖੋ। ਫਿਰ ਸਿੰਘਾਂ ਨੂੰ ਕਹਿਣਾ, ਮੇਰੇ ਨਾਮ ਦਾ ਗੱਗਾ ਅੱਖਰ ਆਵੇਗਾ, ਨਾਮ ਗੁਰਬਖਸ਼ੀਸ਼ ਸਿੰਘ ਰੱਖਣਾ। ਸੋ ਉਸੇ ਤਰ੍ਹਾਂ ਹੀ ਹੋਇਆ। ਜਦੋਂ 8 ਤਰੀਕ ਪਹਿਲਾ ਮਹੀਨਾ 1974 ਨੂੰ ਕਨੇਜ ਦੀ ਖੂਹੀ ਤੇ ਅਤਰਸਰ ਪੂਰਨਮਾਸ਼ੀ ਦੇ ਪੁਰਬ ਤੇ ਹੁਕਮਨਾਮਾ ਲਿਆ ਤਾਂ ਇਹ ਵਾਕ ਆਇਆ, ਗੁਰ ਪਰਮੇਸ਼ਰ ਕਰਣੈ ਹਾਰ, ਸਗਲ ਸ੍ਰਿਸ਼ਟ ਕਉ ਦੇ ਆਧਾਰ। ਇਸ ਦਾ ਨਾਮ ਗੁਰਬਖਸ਼ੀਸ਼ ਸਿੰਘ ਰੱਖਿਆ। ਧੰਨ ਸੰਤ ਜੀ ਮਹਾਰਾਜ। ਹਿੰਦੁਸਤਾਨ ਦੇ ਸਾਰੇ ਅਖਬਾਰ ਨਵੀਸਾਂ ਨੇ ਉਸ ਪ੍ਰੇਤ ਦੇ ਜਨਮ ਲੈਣ ਤੋਂ ਇਹ ਖਬਰ ਛਾਪੀ ਸੀ। ਧੰਨ ਸੰਤ ਜੀ ਮਹਾਰਾਜ। ਹੋਰ ਬਖਸ਼ਿਸ਼ਾਂ ਬਾਬਾ ਜੀ ਹਾਪੜ ਯੂਪੀ ਬਿਰਾਜਮਾਨ ਸਨ। ਬੇਅੰਤ ਸੰਗਤਾਂ ਦੂਰੋਂ ਨੇੜਿਓਂ ਆ ਕੇ ਲਾਭ ਉਠਾਉਂਦੀਆਂ। ਜਿਵੇਂ ਡਾਕਟਰ ਦੇ ਪਾਸ ਮਰੀਜ਼ ਆਉਂਦੇ, ਤਿਵੇਂ ਹੀ ਬਾਬਾ ਜੀ ਦੇ ਪਾਸ ਹਰ ਤਰ੍ਹਾਂ ਦੇ ਰੋਗੀ ਆ ਕੇ ਅਰੋਗਤਾ ਪ੍ਰਾਪਤ ਕਰਦੇ। ਕੋਈ ਮਨ ਕਰਕੇ ਰੋਗੀ ਹੈ, ਕੋਈ ਤਨ ਕਰਕੇ ਰੋਗੀ ਹੈ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ।
ਸੋ ਗੁਰੂ ਨਾਨਕ ਦੇ ਦਰ ਤੋਂ ਬਰਸਾਏ ਬਾਬਾ ਜੀ ਰਾਜੇ ਜੋਗੀ ਦੇ ਪਾਸ ਜਿਹੋ ਜਿਹੀ ਆਉਂਦਾ ਉਸ ਨੂੰ ਉਹ ਜਿਹਾ ਹੀ ਫਲ ਪ੍ਰਾਪਤ ਹੁੰਦਾ ਹੈ। ਪੰਜਾਬ ਤੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗਿੱਲ ਦੀ ਇੱਕ ਬੀਬੀ ਸ਼ਮਸ਼ੇਰ ਕੌਰ ਹਜ਼ੂਰ ਦੇ ਚਰਨਾਂ ਵਿੱਚ ਪਹੁੰਚੀ। ਨਮਸਕਾਰ ਕਰਕੇ ਫੁੱਟ ਫੁੱਟ ਰੋਣ ਲੱਗੀ। ਮੇਰਾਂ ਦੇ ਸਾਈਂ, ਦੁਖੀਆਂ ਦੇ ਦਰਦੀ ਦਾਤਾਰ, ਉਸ ਦਾ ਦੁੱਖ ਪੁੱਛਿਆ। ਦੱਸਿਆ ਕਿ ਅਨੇਕਾਂ ਬਦਰੂਹਾਂ ਉਸ ਨੂੰ ਤੰਗ ਕਰ ਰਹੀਆਂ ਹਨ। ਸਰਬ ਰੋਗ ਕਾ ਔਖਦ ਨਾਮ ਅਨੁਸਾਰ ਸੱਚੇ ਪਾਤਸ਼ਾਹ ਨੇ ਘਰ ਸਹਿਜ ਸਪਤਾਹਕ ਪਾਠ ਪ੍ਰਕਾਸ਼ ਕਰਾਉਣ ਲਈ ਕਿਹਾ ਅਤੇ ਨਾਲ ਹੀ ਹੁਕਮ ਕੀਤਾ ਕਿ ਪਾਠ ਆਦਿ ਤੋਂ ਅੰਤ ਤੱਕ ਬੈਠ ਕੇ ਸੁਣਨਾ ਹੈ। ਜਿਵੇਂ ਆਦਿ ਗੁਰੂ ਨਾਨਕ ਨੇ ਸਮਾਜਿਕ ਤੇ ਪਰਮਾਰਥਕ ਖੇਤਰ ਵਿੱਚ ਇਸਤਰੀ ਨੂੰ ਪੁਰਸ਼ ਦੇ ਬਰਾਬਰ ਅਧਿਕਾਰ ਦੇ ਕੇ ਨਿਵਾਜਿਆ, ਤਿਵੇਂ ਹਜ਼ੂਰ ਨੇ ਬੇਅੰਤ ਬੀਬੀਆਂ ਨੂੰ ਨਾਮਦਾਨ ਇਸ਼ਨਾਨ ਦੀ ਦਾਤ ਬਖਸ਼ ਕੇ ਨਰਕੀ ਜੀਵਨ ਤੋਂ ਬਚਾ ਕੇ ਉੱਚਾ ਸੁੱਚਾ ਜੀਵਨ ਬਖਸ਼ਿਆ। ਆਪ ਜੀ ਅਕਸਰ ਦੱਸਿਆ ਕਰਦੇ ਕਿ ਜਿਵੇਂ ਮਰਦਾਂ ਨੂੰ ਬੰਦਗੀ ਕਰਨ ਦਾ ਅਧਿਕਾਰ ਹੈ, ਤਿਵੇਂ ਹੀ ਬੀਬੀਆਂ ਨੂੰ ਵੀ ਹੈ। ਸੋ ਆਪ ਜੀ ਨੇ ਬੀਬੀਆਂ ਨੂੰ ਹੀ ਇਸ ਸਪਤਾਹਕ ਪਾਠ ਕਰਨ ਦੀ ਸੇਵਾ ਦਾ ਹੁਕਮ ਦਿੱਤਾ ਤੇ ਪਾਠ ਦੀ ਪੂਰੀ ਵਿਧੀ ਦੱਸੀ। ਅਨੁਸਾਰ 20 ਅਕਤੂਬਰ 1972 ਨੂੰ ਪਾਠ ਆਰੰਭ ਕੀਤਾ। ਪਾਠ ਅੰਮ੍ਰਿਤ ਵੇਲੇ ਆਰੰਭ ਕੀਤਾ ਜਾਂਦਾ ਹੈ। ਦੁਪਹਿਰ ਨੂੰ ਭੋਗ ਪਾ ਦਿੱਤਾ ਜਾਂਦਾ ਹੈ। ਦੋਨੋਂ ਵਕਤ ਕੀਰਤਨ ਹੁੰਦਾ ਹੈ। ਅਨੇਕਾਂ ਬਦਰੂਹਾਂ ਰੋ ਰੋ ਕੇ ਆਪਣੇ ਮੰਦ ਕਰਮ ਬਖਸ਼ਾਉਂਦੀਆਂ, ਡੰਡੌਤਾਂ ਕਰਦੀਆਂ, ਪਰ ਕਈ ਸ਼ੈਤਾਨ ਰੂਹਾਂ ਅਨੇਕਾਂ ਕਿਸਮ ਦੇ ਵਿਘਨ ਪਾਉਣ ਦੇ ਯਤਨ ਕਰਦੀਆਂ ਹਨ। ਪਰੰਤੂ ਜਿਵੇਂ ਕਿਸੇ ਸਮੇਂ ਕਲਗੀਧਰ ਨੇ ਭਾਈ ਜੋਗੇ ਦੇ ਪਹਿਰੇਦਾਰ ਬਣ ਕੇ ਪਹਿਰਾ ਦਿੱਤਾ, ਤਿਵੇਂ ਆਪ ਵੀ ਸੱਚੇ ਸੰਤ ਜੀ ਨੇ ਪਾਠ ਕਰਨ ਵਾਲੇ ਕਮਰੇ ਦੇ ਦਰਵਾਜ਼ੇ ਅੱਗੇ ਖੜੇ ਦਿਖਾਈ ਦਿੰਦੇ ਤੇ ਅਨੇਕਾਂ ਵਿਘਨਾਂ ਨੂੰ ਆਪਣੀ ਕਿਰਪਾ ਦੁਆਰਾ ਨਿਵਰਤ ਕਰਦੇ। ਪਾਠ ਦਾ 5ਵਾਂ ਦਿਨ ਆਇਆ। ਬੀਬੀ ਦੀ ਹਾਲਤ ਬੜੀ ਖਰਾਬ ਹੋਈ। ਕੇਸ ਖੁੱਲੇ, ਕੰਧਾਂ ਨਾਲ ਟੱਕਰਾਂ ਮਾਰਦੀ ਏ। ਪ੍ਰਤੀਤ ਹੁੰਦਾ ਹੈ ਜਿਵੇਂ ਕੋਈ ਰੱਸੇ ਪਾਈ ਉਸ ਨੂੰ ਘਸੀਟ ਰਿਹਾ ਹੁੰਦਾ ਹੈ। ਅਖੀਰ ਜਿਸ ਸ਼ੈਤਾਨ ਰੂਹ ਦੀ ਕਾਰਵਾਈ ਸੀ, ਉਹ ਬੁਲੰਦ ਆਵਾਜ਼ ਵਿੱਚ ਬੋਲਿਆ, ਯਾ ਅੱਲਾ ਯਾ ਖੁਦਾ, ਮੈਂ ਸਿਆਣਾ ਹਾਂ, ਮੈਂ ਕਾਲਾ ਇਲਮ ਪੜ੍ਹਿਆ ਹੋਇਆ ਹਾਂ, ਮੈਂ ਕਲਮੇ ਪੜ੍ਹਿਆ ਹੋਇਆ ਹਾਂ। ਅੱਜ ਦੇਖਾਂਗਾ ਕਿਵੇਂ ਦੇਗ ਤੇਗ ਦੀ ਫਤਿਹ ਹੁੰਦੀ ਹੈ। ਅੱਜ ਮੇਰੀ ਤੇ ਰਾੜੇ ਵਾਲੇ ਸੰਤਾਂ ਦੀ ਟੱਕਰ ਹੈ। ਸਿਰ ਧੜ ਦੀ ਬਾਜੀ ਹੈ। ਇਉਂ ਬਕਵਾਸ ਕਰਦਾ ਰਿਹਾ। ਕਹਿਣ ਲੱਗਾ, ਮੈਂ ਕੋਈ ਰੂਹ ਮੁਕਤ ਨਹੀਂ ਹੋਣ ਦੇਣੀ, ਸਭ ਨੂੰ ਇੱਥੋਂ ਲੈ ਜਾਵਾਂਗਾ। ਭੋਗ ਦਾ ਵਕਤ ਹੋ ਗਿਆ। ਸੰਗਤ ਨੇ ਇੱਕ ਮਨ ਹੋ ਕੇ ਅਰਦਾਸ ਕੀਤੀ, ਹੈ ਪ੍ਰਭੂ, ਜੋ ਦੁਸ਼ਟ ਆਪ ਅੱਗੇ ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ। ਭੋਗ ਪੈ ਗਿਆ। ਬੀਬੀ ਸ਼ਾਂਤੀ ਦੇ ਘਰ ਵਿੱਚ ਆਈ। ਅਗਲੇ ਦਿਨ ਪਾਠ ਆਰੰਭ ਹੁੰਦਿਆਂ ਹੀ ਉਹ ਰੂਹ ਫੇਰ ਪ੍ਰਗਟ ਹੋਈ। ਆਉਂਦਿਆਂ ਹੀ ਡੰਡੌਤ ਕੀਤੀ ਅਤੇ ਫਤਿਹ ਬੁਲਾਈ, ਹੈ ਗੁਰੂ ਨਾਨਕ, ਹੈ ਸੰਤ ਰਾੜੇ ਵਾਲੇ ਅਤੇ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਇਆ ਤਾਂ ਬੁਰੀ ਕਰਨ ਵਾਸਤੇ ਸੀ, ਪਰ ਪੂਰੇ ਸਤਿਗੁਰਾਂ ਨੇ ਮੇਰਾ ਵੀ ਭਲਾ ਕਰ ਦਿੱਤਾ। ਇਉਂ ਕਹਿ ਕੇ ਸ਼ਾਂਤ ਹੋ ਗਿਆ। 7ਵੇਂ ਦਿਨ ਬੀਬੀ ਅੰਮ੍ਰਿਤ ਵੇਲੇ ਤੋਂ ਲੈ ਕੇ ਅੰਤ ਤੱਕ ਅਰੋਗ ਪੁਰਸ਼ ਦੀ ਤਰ੍ਹਾਂ ਸਹਿਜ ਅਵਸਥਾ ਵਿੱਚ ਪਾਠ ਸੁਣਦੀ ਰਹੇ। ਜਿਵੇਂ ਬਨ ਨੂੰ ਅੱਗ ਲੱਗਦਿਆਂ ਹੀ ਤਮਾਮ ਜਾਨਵਰ ਭੱਜ ਜਾਂਦੇ ਹਨ, ਤਿਵੇਂ ਹੀ ਦਰਗਾਹੀ ਬਾਣੀ ਸਰਵਣ ਕਰਦਿਆਂ ਹੀ ਤਮਾਮ ਰੂਹਾਂ ਅਲੋਪ ਹੋ ਗਈਆਂ। ਬੀਬੀ ਅਰੋਗ ਹੋ ਕੇ ਹਜ਼ੂਰ ਦੇ ਚਰਨਾਂ ਵਿੱਚ ਪਹੁੰਚੀ ਅਤੇ ਸਤਿਗੁਰਾਂ ਦੇ ਗੁਣ ਗਾਉਣ ਲੱਗੀ। ਇਸੇ ਤਰ੍ਹਾਂ ਭਾਨ ਸਿੰਘ ਮਿਸਤਰੀ ਦੇ ਘਰੋਂ ਪਿੰਡ ਝੰਮਟ ਦੀ ਇੱਕ ਮਾਈ ਜਗੀਰ ਕੌਰ, ਜੋ ਬਾਬਾ ਜੀ ਦੇ ਚਰਨਾਂ ਦੀ ਸ਼ਰਧਾਲੂ ਹੈ, ਤਨ ਮਨ ਧਨ ਕਰਕੇ ਸੇਵਾ ਵੀ ਕਰਦੀ ਹੈ, ਸਰੀਰ ਕਰਕੇ ਕੁਝ ਰੋਗੀ ਰਹਿੰਦੀ ਸੀ। ਇਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੀ, ਗਰੀਬ ਨਿਵਾਜ, ਆਪ ਤਿੰਨਾਂ ਤਾਪਾਂ ਦੇ ਨਿਵਾਰਨ ਹਾਰੇ ਹੋ, ਕਿਰਪਾ ਕਰਕੇ ਮੈਨੂੰ ਦੇਹ ਅਰੋਗਤਾ ਬਖਸ਼ੋ, ਤਾਂ ਕਿ ਮੈਂ ਆਪਣੇ ਮਨ ਨੂੰ ਆਪ ਜੀ ਦੇ ਚਰਨਾਂ ਨਾਲ ਇਕਾਗਰ ਕਰਕੇ ਜੋੜ ਸਕਾਂ। ਮੇਰਾਂ ਦੇ ਸਾਈਂ ਮੇਰਾਂ ਦੇ ਘਰ ਵਿੱਚ ਆਏ ਤੇ ਸਪਤਾਹਿਕ ਪਾਠ ਕਰਾਉਣ ਦੀ ਆਗਿਆ ਦੇ ਦਿੱਤੀ। ਨਾਲ ਹੀ ਉਪਦੇਸ਼ ਦਿੱਤਾ ਕਿ ਪ੍ਰੇਮ ਨਾਲ ਸਾਰਾ ਪਾਠ ਸੁਣਨਾ ਅਤੇ ਹੱਥੀਂ ਸੇਵਾ ਕਰਨੀ। 1 ਫਰਵਰੀ 1972 ਨੂੰ ਪਾਠ ਆਰੰਭ ਕੀਤਾ ਗਿਆ। ਮਾਈ ਹਜ਼ੂਰ ਦੇ ਬਚਨਾਂ ਅਨੁਸਾਰ ਪਾਠ ਵੀ ਸਰਵਣ ਕਰਦੀ ਰਹੀ।
ਬਾਕੀ ਸਮੇਂ ਵਿੱਚ ਟਹਿਲ ਸੇਵਾ ਵੀ ਕਰਦੀ ਸੀ। 7 ਫਰਵਰੀ ਨੂੰ ਭੋਗ ਦਾ ਸਮਾਂ ਆਇਆ। ਉੱਚੀ ਉੱਚੀ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਮਾਈ ਅੱਜ ਅਜੀਬ ਮਸਤੀ ਵਿੱਚ ਹੈ। ਕੀਰਤਨ ਦਾ ਭੋਗ ਪਿਆ। ਸੰਗਤ ਨੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕੀਤੀ, ਹੇ ਦੁੱਖ ਭੰਜਨ ਸੁਆਮੀ, ਮਾਈ ਨੂੰ ਜਿਸ ਬਦਰੂ ਕਰਕੇ ਸਰੀਰਕ ਕਸ਼ਟ ਹੈ ਉਸ ਨੂੰ ਮੁਕਤ ਕਰੋ। ਮਾਈ ਨੂੰ ਦੇਹ ਅਰੋਗਤਾ ਬਖਸ਼ੋ। ਜਦੋਂ ਸਭ ਸੰਗਤ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿ ਕੇ ਗੁਰੂ ਚਰਨਾਂ ਵਿੱਚ ਮੱਥਾ ਟੇਕਿਆ ਤਾਂ ਮਾਈ ਧੜਮ ਕਰਕੇ ਫਰਸ਼ ਤੇ ਡਿੱਗੀ ਅਤੇ ਨਾਲ ਹੀ ਉੱਚੀ ਆਵਾਜ਼ ਵਿੱਚ ਆਈ, ਖਾਲਸਾ ਜੀ ਮੈਂ ਚੱਲਿਆ। ਇਵੇਂ ਬਾਬਾ ਜੀ ਨੇ ਉਸ ਮਾਈ ਨੂੰ ਪ੍ਰੇਤ ਦੇ ਪੰਜੇ ਵਿੱਚੋਂ ਮੁਕਤ ਕੀਤਾ ਅਤੇ ਪ੍ਰੇਤ ਦਾ ਉਧਾਰ ਕੀਤਾ। ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ। ਆਕਾਸ਼ ਵਿੱਚ ਤਾਰੇ ਗਿਣੇ ਜਾ ਸਕਦੇ ਹਨ, ਪਰ ਜਿਤਨੇ ਆਦਮ ਜੀਵ ਬਾਬਾ ਜੀ ਨੇ ਤਾਰੇ ਉਹਨਾਂ ਦੀ ਗਿਣਤੀ ਹੋਣੀ ਮੁਸ਼ਕਲ ਹੈ। ਜਿੱਥੇ ਭਾਈ ਲੋਕ ਆਪ ਜੀ ਦੇ ਚਰਨਾਂ ਵਿੱਚੋਂ ਵਰਸਾਉਂਦੇ ਹਨ, ਉੱਥੇ ਬੀਬੀਆਂ ਵੀ ਆਪ ਜੀ ਦੀ ਬਖਸ਼ੀ ਬੁੱਧ ਦੁਆਰਾ ਸੇਵਾ ਭਗਤੀ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਹਨ। ਇਹਨਾਂ ਵਿੱਚੋਂ ਇੱਕ ਬੀਬੀ ਮਹਿੰਦਰ ਕੌਰ ਧਮੋਟ ਪਿੰਡ ਤੋਂ, ਜਿਸ ਨੇ ਹਜ਼ੂਰ ਦੀ ਵਿਸ਼ੇਸ਼ ਮਿਹਰ ਹੈ, ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਆਪ ਜੀ ਦੀ ਸ਼ਰਨ ਪ੍ਰਾਪਤ ਹੋ ਗਈ। ਇਹ ਪਰਿਵਾਰ ਨਮਸਕਾਰ ਕਰਾਉਣ ਦੇ ਮਨੋਰਥ ਨੂੰ ਮੁੱਖ ਰੱਖ ਕੇ ਪਰਿਵਾਰ ਦੇ ਕੁਝ ਕੁ ਮੈਂਬਰਾਂ ਸਮੇਤ ਗੁਰੂ ਦੇ ਚਰਨਾਂ ਵਿੱਚ ਪਹੁੰਚੀ, ਨਮਸਕਾਰ ਕੀਤੀ। ਹਜ਼ੂਰ ਨੇ ਪਰਿਵਾਰ ਵਿੱਚ 2 ਬੀਬੀਆਂ ਵੱਲ ਇਸ਼ਾਰਾ ਕਰਕੇ ਬੀਬੀ ਨੂੰ ਪੁੱਛਿਆ, ਇਹ ਬੀਬੀਆਂ ਕੌਣ ਹਨ? ਗਰੀਬ ਨਿਵਾਜ ਇਹ ਦੋਨੋਂ ਭਰਜਾਈਆਂ ਹਨ। ਕੋਲ ਬੈਠੇ ਬੱਚਿਆਂ ਵੱਲ ਇਸ਼ਾਰਾ ਕਰਕੇ ਹਜ਼ੂਰ ਫਿਰ ਬੋਲੇ, ਇਹ ਬੱਚੇ ਇਹਨਾਂ ਦੇ ਹਨ। ਗਰੀਬ ਨਿਵਾਜ ਵੱਡੀ ਭਰਜਾਈ ਦੇ ਤਾਂ ਕੋਈ ਲੜਕਾ ਨਹੀਂ ਹੈ, ਬੱਚਾ ਨਹੀਂ ਹੈ। ਇਹ ਛੋਟੀ ਦੀਆਂ 4 ਲੜਕੀਆਂ ਹਨ, ਲੜਕਾ ਕੋਈ ਨਹੀਂ। ਅੱਛਾ ਭਾਈ, ਗੁਰੂ ਮਿਹਰ ਕਰੇਗਾ, ਲੜਕਾ ਵੀ ਹੋ ਜਾਏਗਾ। ਸੁਤੇ ਸਿੱਧੀ ਪਵਿੱਤਰ ਮੁਖਾਰਬਿੰਦ ਤੋਂ ਬਚਨ ਕਰ ਦਿੱਤਾ। ਸਾਧ ਬਚਨ ਟਲਾਦਾ ਅਨੁਸਾਰ ਸਮਾਂ ਪਾ ਕੇ ਛੋਟੀ ਭਰਜਾਈ ਦੇ 3 ਲੜਕੇ ਹੋਏ। ਵੱਡੀ ਭਰਜਾਈ, ਜਿਸ ਦੀ ਸ਼ਾਦੀ ਹੋਇਆ 30 ਸਾਲ ਦੇ ਲਗਭਗ ਹੋ ਗਏ ਸਨ, ਪਰ ਕੋਈ ਬੱਚਾ ਨਹੀਂ ਸੀ। ਉਸਦੇ ਘਰ 14/7/75 ਨੂੰ ਲੜਕੇ ਦਾ ਜਨਮ ਹੋਇਆ। ਮਿਹਰਬਾਨ ਦੀ ਨਿਤਾ ਪ੍ਰਤੀ ਸ਼ਰਧਾ ਅਨੁਸਾਰ ਪ੍ਰੇਮੀਆਂ ਦੀਆਂ ਸਰਵ ਇੱਛਾ ਪੂਰੀਆਂ ਕਰਦੇ। ਪਿੰਡਾਂ ਵਾਲੇ ਪ੍ਰੇਮੀਆਂ ਤੇ ਕਿਰਪਾ। ਪਿੱਛੇ ਦੱਸ ਆਏ ਹਾਂ ਕਿ ਸੰਤ ਜੀ ਮਹਾਰਾਜ ਨੇ ਇਸ ਇਲਾਕੇ ਨੂੰ ਦਰਸ਼ਨ ਕਰਾਉਣ ਦੀ ਪਾਵਨ ਸੇਵਾ ਕਟਾਰੀ ਪਿੰਡ ਦੇ ਸਰਦਾਰ ਆਨੰਦ ਸਿੰਘ ਦੇ ਪਰਿਵਾਰ ਨੂੰ ਮਿਲੀ, ਜਿਨ੍ਹਾਂ ਨੇ ਆਪਣੀ ਜ਼ਮੀਨ ਅਰਦਾਸ ਕਰਾ ਕੇ ਦਰਗਾਹ ਵਿੱਚ ਜਗ੍ਹਾ ਬਣਾ ਲਈ। ਅੱਗੇ ਇਸ ਦੇ ਪੁੱਤਰਾਂ ਨੇ ਵੀ ਬੜੀ ਤਨੋ ਮਨੋ ਸੇਵਾ ਕੀਤੀ। ਇਹਨਾਂ 3 ਭਰਾਵਾਂ ਵਿੱਚੋਂ ਸਭ ਤੋਂ ਛੋਟੇ ਦਾ ਨਾਮ ਸਰਦਾਰ ਜੀਵਾ ਸਿੰਘ ਜੀ। ਇਸ ਦੇ ਪੁੱਤਰ ਸਰਦਾਰ ਧਰਮ ਸਿੰਘ ਦੇ ਘਰ 5 ਬੱਚਿਆਂ ਤੋਂ ਬਾਅਦ ਜੋ 4 ਲੜਕੀਆਂ ਅਤੇ 1 ਲੜਕਾ ਗੁਜ਼ਰ ਚੁੱਕੇ ਸਨ। ਸੰਤ ਜੀ ਮਹਾਰਾਜ ਦੇ ਬਚਨਾਂ ਨਾਲ 27/7/49 ਨੂੰ ਲੜਕੇ ਦਾ ਜਨਮ ਹੋਇਆ। ਸਰਦਾਰ ਧਰਮ ਸਿੰਘ ਦੇ ਘਰੋਂ ਬੀਬੀ ਸਰਜੀਤ ਕੌਰ ਨੂੰ ਵੀ ਗੁਰਸਿੱਖੀ ਪੇਕਿਆਂ ਘਰੋਂ ਪ੍ਰਾਪਤ ਹੋਈ ਦਾਤ ਸੀ। ਸਰਦਾਰ ਦੇ ਘਰੋਂ ਬੀਬੀ ਸਰਜੀਤ ਕੌਰ ਨੂੰ ਗੁਰਸਿੱਖੀ ਪੇਕਿਆਂ ਘਰੋਂ ਪ੍ਰਾਪਤ ਹੋਈ ਦਾਤ ਸੀ। ਕਟਾਰੀ ਪਿੰਡ ਆ ਕੇ ਸੰਤ ਜੀ ਮਹਾਰਾਜ ਦਾ ਦਰਸ਼ਨ ਕੀਤਾ, ਪਾਵਨ ਰਸਨਾ ਤੋਂ ਬਚਨ ਸੁਣੇ। ਬਾਬਾ ਗੁਰਿੰਦਰ ਸਿੰਘ, ਸੰਤ ਜੀ ਮਹਾਰਾਜ ਨੇ ਇਸ ਦੇ ਬੱਚੇ ਦਾ ਨਾਮ ਬਾਬਾ ਗੁਰਿੰਦਰ ਸਿੰਘ ਰੱਖਿਆ। ਇਹ 1.25 ਮਹੀਨੇ ਦਾ ਹੋ ਕੇ ਬਿਮਾਰ ਹੋ ਗਿਆ। ਪਹਿਲੇ ਬੱਚਿਆਂ ਦਾ ਖਿਆਲ ਕਰਕੇ ਜੋ ਮਰ ਚੁੱਕੇ ਸਨ, ਮਾਂ ਨੂੰ ਬੜੀ ਚਿੰਤਾ ਲੱਗੀ। ਬਿਮਾਰ ਬੱਚਾ ਗੁਰਚਰਨਾਂ ਤੇ ਲਿਆ ਰੱਖਿਆ। ਅਰਜ਼ ਕੀਤੀ, ਮਹਾਰਾਜ ਇਹ ਹੁਣ ਤੁਹਾਡਾ ਹੈ, ਜਿਵੇਂ ਮਰਜ਼ੀ ਕਰੋ, ਚਾਹੇ ਮਾਰੋ ਚਾਹੇ ਰੱਖੋ, ਇਸ ਵਿੱਚ ਮੇਰੀ ਕੋਈ ਆਪਣਤ ਨਹੀਂ। ਇਹ ਬਿਮਾਰ ਬੱਚੇ ਦੀ ਅਰਦਾਸ ਕਰਵਾ ਦਿੱਤੀ। ਸੰਤ ਜੀ ਹੱਸੇ ਤੇ ਮਾਂ ਨੂੰ ਧੀਰਜ ਦਿੱਤਾ ਤੇ ਕਿਹਾ, ਘਰ ਲੈ ਜਾ, ਲੰਮੇਰੀ ਉਮਰ ਵਾਲਾ ਹੋਵੇਗਾ। ਮਰ ਜਾਣੇ ਤੋਂ ਮਰਦਾਨਾ ਬਣਾਉਣ ਵਾਲਾ ਇਹ ਗੁਰੂ ਨਾਨਕ ਦਾ ਦਰ ਹੈ। ਇੱਥੇ ਟੁੱਟੀਆਂ ਗੰਢੀ ਦੀਆਂ ਹਨ। ਹਜ਼ੂਰ ਦੀ ਆਗਿਆ ਪਾ ਕੇ ਬਿਮਾਰ ਬੱਚੇ ਨੂੰ ਮਾਂ ਘਰ ਲੈ ਆਈ ਤੇ ਬੱਚਾ ਰਾਜੀ ਹੋ ਗਿਆ। ਮਾਂ ਨਾਲ ਰੋਜ਼ ਸੰਤਾਂ ਦੇ ਦਰਸ਼ਨ ਕਰਨ ਆਉਂਦਾ। ਅਖੀਰ ਨੂੰ ਸਕੂਲ ਵਿੱਚ 10 ਮਾਤਾਂ ਪਾਸ ਕਰਵਾ ਕੇ 17ਵੇਂ ਸਾਲ ਦੀ ਉਮਰ ਵਿੱਚ ਮੁੜ
1966 ਨੂੰ ਲਿਆ ਗੁਰਚਰਨਾਂ ਵਿਖੇ ਭੇਟਾ ਕੀਤਾ ਕਿ ਮਹਾਰਾਜ ਆਪਣੀ ਅਮਾਨਤ ਆਪ ਸੰਭਾਲੋ। ਉਹ ਹੁਣ ਕਰਮਸਰ ਗੁਰਦੁਆਰੇ ਦੀ ਖੇਤੀ ਦਾ ਜਥੇਦਾਰ ਅਤੇ ਅਸਥਾਨ ਦੇ ਜੋੜ ਮੇਲਿਆਂ ਦੀ ਕੀਰਤਨ ਦੀ ਡਿਊਟੀ ਕਰਦਾ ਹੈ। ਬਾਹਰ ਵੀ ਜਾਂਦੇ ਹਨ। ਉਸ ਦਿਨ ਤੋਂ ਬਾਅਦ ਬੀਬੀ ਸੁਰਜੀਤ ਕੌਰ ਨੂੰ ਹੋਰ ਵੀ ਵਧੇਰੇ ਸ਼ਰਧਾ ਜਾਗ ਆਈ। ਇਸ ਦੀ ਪ੍ਰੇਰਨਾ ਨਾਲ ਹੋਰ ਵੀ ਬਹੁਤ ਸਾਰੇ ਪ੍ਰੇਮੀਆਂ ਦੇ ਸੰਤ ਜੀ ਮਹਾਰਾਜ ਦੀ ਬਖਸ਼ਿਸ਼ ਹੋਈ। ਜੈਸਾ ਕਿ ਕਟਾਰੀ ਪਿੰਡ ਦਾ ਦੇਸ਼ ਰਾਜ ਜਰਗਰ, ਇਸ ਦੇ ਘਰ ਵਿੱਚ ਵੀ ਕੋਈ ਬੱਚਾ ਨਹੀਂ ਸੀ ਹੋ ਸਕਦਾ, ਬੱਚਾ ਨਹੀਂ ਸੀ ਬਚਦਾ ਕਿ 3 ਲੜਕੀਆਂ ਗੁਜ਼ਰ ਚੁੱਕੀਆਂ ਸਨ। ਇਹਨਾਂ ਨੇ ਬੀਬੀ ਸੁਰਜੀਤ ਕੌਰ ਦੇ ਨਾਲ ਆ ਕੇ ਹਜ਼ੂਰ ਨੂੰ ਬੇਨਤੀ ਕੀਤੀ। ਸੰਤ ਜੀ ਮਹਾਰਾਜ ਨੇ ਘਰ ਵਿੱਚ ਅਖੰਡ ਪਾਠ ਕਰਾਉਣ ਵਾਸਤੇ ਆਖਿਆ ਤੇ ਨਾਲ ਇਹ ਵੀ ਤਾਕੀਦ ਕੀਤੀ ਕਿ ਆਰੰਭ ਦੀ ਅਰਦਾਸ ਤੋਂ ਲੈ ਕੇ ਭੋਗ ਪੈਣ ਤੱਕ 16 ਪਹਿਰ ਸਪੀਕਰ ਬੰਦ ਨਹੀਂ ਕਰਨਾ। ਸਾਰਾ ਪਾਠ ਆਪ ਸੁਣੋ ਤੇ ਹੋਰਾਂ ਨੂੰ ਵੀ ਸੁਣਾਓ, ਗੁਰੂ ਭਲਾ ਕਰੇਗਾ। ਇਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ। ਭੋਗ ਸਮੇਂ ਦਾਤੇ ਨੇ ਆਪ ਦਰਸ਼ਨ ਦਿੱਤੇ, ਸ਼ਰਧਾ ਨੂੰ ਫਲ ਲੱਗਿਆ। 1 ਤਰੀਕ ਪਹਿਲਾ ਮਹੀਨਾ 65 ਨੂੰ ਲੜਕੇ ਦਾ ਜਨਮ ਹੋਇਆ। ਹਜ਼ੂਰ ਦੀ ਰਸਨਾ ਤੋਂ ਗੁਰਦੀਪ ਸਿੰਘ ਨਾਮ ਰਖਵਾਇਆ। ਫਿਰ 2 ਸਾਲ ਬਾਅਦ ਦੂਜਾ ਲੜਕਾ ਸੁਖਦੇਵ ਸਿੰਘ ਜਨਮਿਆ। ਇਸੇ ਤਰ੍ਹਾਂ ਕਟਾਰੀ ਪਿੰਡ ਦੇ ਸਰਦਾਰ ਚੰਦਾ ਸਿੰਘ ਤੇ ਮੁਨਸ਼ੀ ਸੁਨਾਰ ਦੇ ਘਰ ਵੀ ਸੰਤਾਂ ਦੇ ਬਚਨਾਂ ਨਾਲ ਲੜਕਿਆਂ ਦਾ ਜਨਮ ਹੋਇਆ। ਮਾਨੂਪੁਰ ਗੋਸਲਾਂ ਦਾ ਵੀਰ ਸਿੰਘ ਵੀ ਸੰਤ ਜੀ ਮਹਾਰਾਜ ਦਾ ਪਰਮ ਪ੍ਰੀਤਵਾਨ ਹੈ। ਪ੍ਰੇਮ ਸਿੰਘ ਦੇ ਘਰ 2-3 ਬੱਚੇ ਹੋ ਕੇ ਮਰ ਚੁੱਕੇ ਸਨ। ਪਹਿਲਾਂ ਘਰ ਵਿੱਚ ਅਚਾਨਕ ਅੱਗ ਵੀ ਲੱਗ ਜਾਣੀ। ਇਸ ਦੀ ਇੱਕ ਲੜਕੀ ਸਰਦਾਰ ਸੰਤੋਖ ਸਿੰਘ ਦੇ ਲੜਕੇ ਸਰਦਾਰ ਹਰਚੰਦ ਸਿੰਘ ਨੂੰ ਮੋਮਨਾਬਾਦ ਵਿਆਹੀ ਹੈ। ਸਰਦਾਰ ਸੰਤੋਖ ਸਿੰਘ ਤੇ ਬੀਬੀ ਸੁਰਜੀਤ ਕੌਰ ਨੂੰ ਨਾਲ ਲੈ ਕੇ ਸਰਦਾਰ ਵੀਰ ਸਿੰਘ ਹਜ਼ੂਰ ਦੇ ਚਰਨਾਂ ਵਿੱਚ ਪੁੱਜਾ। ਭਾਵਨਾ ਨਾਲ ਮੱਥਾ ਟੇਕ ਕੇ ਅਰਜ਼ ਕੀਤੀ, ਗਰੀਬ ਨਿਵਾਜ ਕਿਰਪਾ ਕਰੋ, ਪੁੱਤਰ ਦੀ ਦਾਤ ਵੀ ਬਖਸ਼ੋ। ਘਰ ਵਿੱਚ ਡੰਗਰ ਪਸ਼ੂ ਦਾ ਨੁਕਸਾਨ ਹੋਣਾ ਅਤੇ ਅੱਗ ਲੱਗਣੀ ਵੀ ਬੰਦ ਕਰੋ। ਸੰਤ ਜੀ ਮਹਾਰਾਜ ਨੇ ਮੇਹਰਾਂ ਦੇ ਘਰ ਵਿੱਚ ਆ ਕੇ ਗੁਰੂ ਮਹਾਰਾਜ ਦਾ ਸਪਤਾਹਕ ਪਾਠ ਕਰਾਉਣ ਵਾਸਤੇ ਆਖਿਆ। ਇਹਨਾਂ ਨੇ ਬਚਨ ਮੰਨ ਲਿਆ। ਉਸ ਦਿਨ ਤੋਂ ਪਸ਼ੂ ਮਰਨੋਂ ਹਟ ਗਏ, ਅੱਗੋਂ ਅੱਗ ਲੱਗਣੋਂ ਬੰਦ ਹੋ ਗਈ ਅਤੇ 31/7/67 ਨੂੰ ਲੜਕੇ ਦਾ ਜਨਮ ਹੋਇਆ। ਨਾਮ ਹਜ਼ੂਰ ਨੇ ਰੱਖਿਆ ਪੰਡਤ ਪੂਰਨ ਚੰਦ ਪੰਡਤ, ਜੋ ਫੌਜੀ ਪੈਨਸ਼ਨਰ ਸੀ, ਚੰਗਾ ਵੈਸ਼ਨੋ ਖਿਆਲੀ ਤੇ ਪ੍ਰਭੂ ਭਗਤ ਸੀ। ਇਸਨੇ ਜਦੋਂ 1955 ਈਸਵੀ ਨੂੰ ਪਹਿਲੀ ਵਾਰ ਸੰਤ ਜੀ ਮਹਾਰਾਜ ਦਾ ਆਪਣੇ ਪਿੰਡ ਰੰਗੂਵਾਲ ਦੀਵਾਨ ਦੇ ਸਮੇਂ ਦਰਸ਼ਨ ਕੀਤਾ। ਦੇਸ਼ ਕਾਲ ਭੁੱਲ ਗਿਆ, ਨੂਰਾਨੀ ਚਿਹਰਾ, ਚੌੜਾ ਮਸਤਕ, ਕਟਾਰਿਆਂ ਵਰਗੇ ਸੁੰਦਰ ਨੇਤਰ, ਚਿਕੰਤਾ ਸਹਿਤ ਅਸੀਸ ਤੇ ਘੁੰਗਰਾਲੇ ਕੇਸ, ਲੰਮੀਆਂ ਭੁਜਾਂ ਤੇ ਸਰੀਰ ਦਾ ਕੱਦ ਹੂਬਹੂ ਪਿਛਲੇ ਸਮੇਂ ਦੇ ਹੋ ਗੁਜ਼ਰੇ ਅਵਤਾਰਾਂ ਤੇ ਪੈਗੰਬਰਾਂ ਦੀਆਂ ਪ੍ਰਤੱਖ ਨਿਸ਼ਾਨੀਆਂ ਦਰਸਾ ਰਿਹਾ ਸੀ। ਜਦੋਂ ਕੀਰਤਨ ਸੁਣਿਆ ਫਿਰ ਤਾਂ ਇਸ ਨੂੰ ਮਸਤੀ ਹੀ ਚੜ ਗਈ। ਬਸ ਪਹਿਲੀ ਧਾਰਨਾ ਪੜਨ ਨਾਲ ਹੀ ਝੂਮਣ ਲੱਗ ਗਿਆ। ਇਸ ਮਸਤੀ ਵਿੱਚ ਨੇਤਰ ਬੰਦ ਹੋ ਗਏ। ਆਪਣੇ ਇਸ਼ਟ ਭਗਵਾਨ ਰਾਮਚੰਦਰ ਜੀ ਦਾ ਧਿਆਨ ਧਾਰਨ ਕਰ ਲਿਆ। ਕੀਰਤਨ ਹੁੰਦਾ ਰਿਹਾ, ਸਾਜ਼ ਸੁਣਦੇ ਰਹੇ। ਜਦੋਂ ਇਸ ਨੇ ਨੇਤਰ ਖੋਲੇ ਤਾਂ ਸਾਹਮਣੇ ਵਾਜੇ ਦੀਆਂ ਸੁਰਾਂ ਤੇ ਵੀ ਉਹ ਧਨੁਸ਼ ਧਾਰੀ ਰਾਮਚੰਦਰ ਜੀ ਆਪਣੀਆਂ ਕੋਮਲ ਤੇ ਲੰਮੀਆਂ ਉਂਗਲਾਂ ਫੇਰਦੇ ਦ੍ਰਿਸ਼ਟੀ ਆਏ, ਜਿਨ੍ਹਾਂ ਨੇ ਸੱਜੇ ਹੱਥ ਵਿੱਚ ਧਨੁਸ਼ ਦੇ ਖਿੱਚਣ ਨਾਲ ਪ੍ਰਤੱਖ ਅਟਣ ਪਏ ਦਿਸ ਰਹੇ ਸਨ। ਇਸਨੇ ਹੈਰਾਨਗੀ ਨਾਲ ਫੇਰ ਨੇਤਰ ਬੰਦ ਕਰ ਲਏ ਤੇ ਮੁਰਲੀ ਮਨੋਹਰ ਬੰਸਰੀ ਵਾਲੇ ਦੇ ਧਿਆਨ ਵਿੱਚ ਮਗਨ ਹੋ ਗਿਆ। ਬਾਜੇ ਦੀਆਂ ਮਿੱਠੀਆਂ ਸੁਰਾਂ ਕਾਨ ਦੀ ਬੰਸਰੀ ਨੂੰ ਮਾਤ ਪਾਉਂਦੀਆਂ ਸਨ, ਜਿਸ ਨੂੰ ਸੁਣ ਕੇ ਵਿਰੋਧੀ ਜਾਨਵਰ ਵੀ ਆਪਣਾ ਵੈਰ ਭਾਗ ਤਿਆਗ ਕੇ ਉਦਾਲੇ ਆ ਖੜੋਂਦੇ। ਜਦੋਂ ਇਸਨੇ ਫਿਰ ਸਾਹਮਣੇ ਪਾਸੇ ਤੱਕਿਆ ਤਾਂ ਪ੍ਰਤੱਖ ਹੀ ਸਾਹਮਣੇ ਪੀਤ ਬਸਨ, ਕੁੰਦ ਦਸਨ, ਮੋਰ ਮੁਕਟ ਧਾਰੀ ਕ੍ਰਿਸ਼ਨ ਮਹਾਰਾਜ ਜੀ ਕੀਰਤਨ ਕਰਦੇ ਦਿਸੇ। ਬੜਾ ਹੈਰਾਨ ਹੋਇਆ, ਸੋਚਦਾ ਇਹ ਕੀ ਕਾਰਨ ਹੈ। ਅਖੀਰ ਨੂੰ ਪ੍ਰਤੱਖ ਨਿਸ਼ਚਾ ਹੋ ਗਿਆ ਕਿ ਮੇਰਾ ਪ੍ਰਭੂ ਹੀ ਭਗਤ
ਵਤਸਲ ਇਸ ਰੂਪ ਵਿੱਚ ਜੀਵਾਂ ਦੀ ਕਲਿਆਣ ਕਰ ਰਿਹਾ ਹੈ। ਇਸ ਜਗ੍ਹਾ ਕਈ ਦੀਵਾਨ ਸਜੇ। ਰੋਜ਼ ਹੀ ਇਸੇ ਤਰ੍ਹਾਂ ਦਰਸ਼ਨ ਹੁੰਦੇ। ਅਖੀਰ ਨੂੰ ਪੂਰਨ ਸ਼ਰਧਾਵਾਨ ਹੋ ਕੇ ਕਰਮਸਰ ਦੀ ਪਾਵਨ ਧਰਤੀ ਦਾ ਦੀਦਾਰ ਕੀਤਾ। ਹਜੂਰ ਦੇ ਪਾਵਨ ਚਰਨਾਂ ਤੇ ਦੰਡਵਤ ਲੰਮੇ ਪੈ ਕੇ ਨਮਸਕਾਰ ਕੀਤੀ। ਉਸ ਸਮੇਂ ਵੀ ਉਹ ਹੀ ਇਸ਼ਟ ਦੇ ਦਰਸ਼ਨਾਂ ਦੀ ਝਲਕ ਪਈ। ਚਰਨਾਂ ਤੋਂ ਸਿਰ ਨਾ ਚੁੱਕਿਆ। ਮਹਾਂਪੁਰਸ਼ਾਂ ਨੇ ਆਪ ਆਪਣੇ ਕਰ ਕਮਲਾਂ ਨਾਲ ਸਿਰ ਉੱਚਾ ਕੀਤਾ। ਸੁਖ ਆਨੰਦ ਪੁੱਛੀ, ਪਿਆਰ ਨਾਲ ਬਿਠਾਇਆ। ਉਸ ਸਮੇਂ ਇਸਨੇ ਆਪਣੇ ਹੱਥਾਂ ਨਾਲ ਲਿਖੀ ਬਹੁਤ ਲੰਮੇਰੀ ਪੱਤਰਕਾ ਅੱਗੇ ਰੱਖੀ, ਜਿਸ ਵਿੱਚ ਜੋ ਵੀ ਇਸ ਨੂੰ ਦ੍ਰਿਸ਼ਟ ਹੋਏ ਸਨ ਉਹਨਾਂ ਦਾ ਖੋਲ ਕੇ ਜ਼ਿਕਰ ਕੀਤਾ ਤੇ ਆਪਣੇ ਹਿਰਦੇ ਦੀ ਭਾਵਨਾ ਵੀ ਇਸ਼ਟ ਰੂਪ ਵਿੱਚ ਵਰਣਨ ਕੀਤੀ। ਨਾਲ ਇਹ ਵੀ ਅਰਜ਼ ਕੀਤੀ, ਦੀਨ ਦਿਆਲ, ਇਹ ਕੀ ਕਾਰਨ ਹੈ? ਆਪ ਇਤਨੀ ਵਿਸ਼ਾਲ ਹਸਤੀ, ਦੁਨੀਆ ਦੇ ਰਹਿਬਰ ਹੋ, ਗੁਪਤ ਰਹਿ ਕੇ ਸੰਸਾਰ ਦਾ ਭਲਾ ਕਰ ਰਹੇ ਹੋ। ਸੰਤ ਜੀ ਮਹਾਰਾਜ ਮੁਸਕਰਾਏ ਤੇ ਕਹਿਣ ਲੱਗੇ, ਪੰਡਤ ਜੀ, ਵੇਦ ਸ਼ਾਸਤਰ ਤੇ ਹੋਰ ਸਾਰੇ ਧਾਰਮਿਕ ਗ੍ਰੰਥਾਂ ਨੇ ਪਰਮੇਸ਼ਰ ਦਾ ਸਰੂਪ ਰੂਪ ਰੇਖ ਤੋਂ ਰਹਿਤ ਨਿਰਾਕਾਰ ਵਰਣਨ ਕੀਤਾ ਹੈ। ਉਸ ਦੀ ਸ਼ਰਧਾ ਮੁਤਾਬਕ ਦੀਦਾਰ ਬਖਸ਼ਦਾ ਹੈ। ਮੁਸਲਮਾਨੀ ਮਤ ਤੇ ਸੂਫੀ ਫਕੀਰਾਂ ਨੂੰ ਹਜ਼ਰਤ ਮੁਹੰਮਦ ਸਾਹਿਬ ਦੇ ਰੂਪ ਵਿੱਚ ਦਰਸ਼ਨ ਹੁੰਦਾ ਹੈ। ਉਹ ਹੀ ਈਸਾਈ ਮਤ ਦੇ ਪੈਰੋਕਾਰਾਂ ਨੂੰ ਈਸਾ ਮਸੀਹ ਹੋ ਕੇ ਮਿਲਦਾ ਹੈ। ਸਨਾਤਨ ਖਿਆਲੀ ਵੈਸ਼ਨਵ ਭਗਤ ਭਗਵਾਨ ਕ੍ਰਿਸ਼ਨ ਜੀ ਤੇ ਰਾਮਚੰਦਰ ਜੀ ਦੇ ਸਰੂਪ ਵਿੱਚ ਦੇਖਦੇ ਹਨ। ਪਰਮਾਤਮਾ ਇੱਕੋ ਹੈ। ਉਸਦਾ ਨਾਮਦੇਵ ਨੂੰ ਅਨੇਕਾਂ ਆਕਾਰਾਂ ਵਿੱਚ ਦੀਦਾਰ ਹੋਇਆ। ਇਸ ਤਰ੍ਹਾਂ ਭਗਤ ਧੰਨੇ ਦੀ ਭਾਵਨਾ ਤੇ ਹੱਥ ਦੇਖ ਕੇ ਪੱਥਰ ਦੇ ਵੱਟੇ ਵਿੱਚੋਂ ਪ੍ਰਗਟ ਹੋਇਆ। ਪ੍ਰਹਿਲਾਦ ਭਗਤ ਨੂੰ ਤੱਤਿਆਂ ਥੰਮਾਂ ਚੋਂ ਬੌੜਿਆ। ਇਹ ਇਤਿਹਾਸ ਤੇ ਉਸੇ ਤਰ੍ਹਾਂ ਤੁਹਾਡੀ ਭਾਵਨਾ ਅਨੁਸਾਰ ਤੁਹਾਨੂੰ ਦਰਸ਼ਨ ਹੋਏ। ਭਗਤਾਂ ਦੀ ਜੀਵਨੀ ਵਿੱਚ ਅਨੇਕਾਂ ਹੀ ਪ੍ਰਸੰਗ ਆਉਂਦੇ ਹਨ। ਸੋ ਨਿਰਗੁਣ ਨਿਰੰਕਾਰ ਪ੍ਰਭੂ ਪ੍ਰੇਮਾ ਭਗਤੀ ਦੇ ਅਧੀਨ ਹੈ। ਉਸੇ ਤਰ੍ਹਾਂ ਤੁਹਾਡੀ ਭਾਵਨਾ ਅਨੁਸਾਰ ਤੁਹਾਨੂੰ ਦਰਸ਼ਨ ਹੋਏ। ਇਹ ਪਵਿੱਤਰ ਬਚਨ ਸੁਣ ਕੇ ਪੰਡਤ ਦਾ ਮਨ ਗਦ ਹੋ ਗਿਆ। ਅਸ਼ਟਾਂਗ ਦੰਡਵਤ ਕਰ ਪ੍ਰਸੰਨ ਚਿਤ ਵਾਪਸ ਘਰ ਮੁੜਿਆ। ਬਾਅਦ ਵਿੱਚ ਵੀ ਉਸਦੀ ਇਤਨੀ ਸ਼ਰਧਾ ਦੇਖਣ ਵਿੱਚ ਆਈ ਕਿ ਕਈ ਵਾਰੀ ਵੈਰਾਗ ਵਿੱਚ ਆਇਆ ਹਜ਼ੂਰ ਦੀ ਗੱਡੀ ਹੇਠਾਂ ਆ ਕੇ ਆਪਣੇ ਪ੍ਰਾਣ ਤਿਆਗਣ ਦੀ ਕੋਸ਼ਿਸ਼ ਕੀਤੀ। ਲੋਕਾਂ ਦੇ ਰੋਕਣ ਤੇ ਆਖਣਾ, ਇਸ ਪ੍ਰਕਾਰ ਦੀ ਮੌਤ ਤਾਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। कबीर मुहे मरने का चाव है, मरो तो हर कै द्वार, मत हर पूछे कौन है, परा हमारे बार। जेकर अंत समय विच इस मिट्टी दी ढेरी अपने प्रीतम दी निगाह पै जावे तो सदा ले बैकुंठ दे बूहे खुल जावणगे। धन हन इहो जिहे गुरमुख भगत जन, उसदे मन दी शरधा ते भावना अंत समय तक पूर्ण निभी। इउं अपने नाम पूर्ण चंद नूं ਸਕਾਰਤ ਕਰਕੇ ਪੂਰਨ ਪਦਵੀ ਦਾ ਅਧਿਕਾਰੀ ਬਣ ਗਿਆ। ਸਰਦਾਰ ਸਵਰਨ ਸਿੰਘ ਪਿੰਡ ਨੰਗਲਾਂ ਪਿੰਡ ਦਾ ਸਰਵਣ ਸਿੰਘ ਪਰਿਵਾਰ ਸਮੇਤ ਸੰਤ ਜੀ ਮਹਾਰਾਜ ਦੇ ਪੂਰਨ ਭਾਵਨਾ ਰੱਖਣ ਵਾਲਾ ਗੁਰਮੁਖ ਹੈ, ਜਿਸ ਸਭ ਤੋਂ ਪਹਿਲਾਂ 1942 ਈਸਵੀ ਵਿੱਚ ਇਸਨੇ ਆਪਣੇ ਨਗਰ ਗਿਆ ਦਾਤੇ ਦਾ ਦੀਦਾਰ ਕੀਤਾ। ਦੀਵਾਨ ਸੁਣ ਕੇ ਸ਼ਰਧਾ ਵਧੀ। ਸਥਾਨ ਤੇ ਪੁੱਜ ਅੰਮ੍ਰਿਤਪਾਨ ਕਰ ਨਾਮ ਦੀ ਦਾਤ ਲਈ ਉਸ ਸਮੇਂ ਸੰਤ ਜੀ ਮਹਾਰਾਜ ਆਪ 5 ਪਿਆਰਿਆਂ ਵਿੱਚ ਸ਼ਾਮਲ ਹੋਏ। ਗਲੀ ਨੰਬਰ 2 ਵਿੱਚ ਲੁਧਿਆਣੇ ਆਪਣੀ ਜ਼ਮੀਨ ਖਰੀਦ ਕੇ ਗੁਰੂ ਮਕੈਨੀਕਲ ਵਰਕਸ ਲਗਾ ਲਈ। 21/11/73 ਨੂੰ ਗੁਰਦੁਆਰਾ ਰਾਮਗੜੀਆ ਅਕਾਲਸਰ ਪ੍ਰਤਾਪ ਨਗਰ ਦੀ ਨੀਂਹ ਰੱਖਣ ਸਮੇਂ ਸੰਤ ਜੀ ਮਹਾਰਾਜ ਨੇ ਇਹਨਾਂ ਦੀ ਕੋਠੀ ਤੇ ਵਰਕਸ਼ਾਪ ਵਿੱਚ ਚਰਨ ਪਾਏ। ਸਰਦਾਰ ਸਵਰਨ ਸਿੰਘ ਤੇ ਛੋਟਾ ਭਾਈ ਭਜਨ ਸਿੰਘ ਤਾਂ ਜਗਰਾਮੀ ਰਹਿੰਦਾ ਹੈ। ਦਲੀਪ ਸਿੰਘ ਪਿੰਡ ਕੰਮ ਕਰਦਾ ਹੈ। ਇਹ ਵੀ ਪਰਿਵਾਰ ਸਮੇਤ ਸੰਤ ਜੀ ਦੇ ਪ੍ਰੇਮੀ ਤੇ ਪੂਰਨ ਸ਼ਰਧਾਲੂ ਹਨ। ਸਰਦਾਰ ਸਰਵਣ ਸਿੰਘ ਦਾ ਲੁਧਿਆਣੇ ਬੜਾ ਚੰਗਾ ਕੰਮ ਚੱਲਦਾ ਹੈ। ਕੋਲ 2 ਗੱਡੀਆਂ ਹਨ। ਹਰੇਕ ਮਹੀਨੇ ਗੁਰੂ ਕੇ ਲੰਗਰ ਵਾਸਤੇ ਦਸਵੰਧ ਦੀ ਮਾਇਆ ਚੋਂ ਖੰਡ ਦੀ ਬੋਰੀ, ਘਿਓ ਦਾ ਟੀਨ, ਆਟਾ, ਦਾਲ ਆਦਿਕ ਭੇਜਦੇ ਹਨ। ਹੋਰ ਵੀ ਸੇਵਾ ਕਰਦੇ ਰਹਿੰਦੇ ਹਨ।
ਰਾਮਗੜੀਆ ਗੁਰਦੁਆਰੇ ਦੇ ਖਜ਼ਾਨਚੀ ਹਨ। ਸ਼੍ਰੀ ਹਜ਼ੂਰ ਨੇ ਇਹਨਾਂ ਪ੍ਰਤੀ ਇਹ ਉੱਤਮ ਉਪਦੇਸ਼ ਬਖਸ਼ਿਆ। ਮਨੁੱਖਾ ਜਨਮ ਦਾ ਵਾਧਾ। ਧਾਰਮਿਕ ਗ੍ਰੰਥਾਂ ਵਿੱਚ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ ਹੈ ਕਿ ਮਨੁੱਖ ਜਨਮ ਕੁੱਲ ਦੀਆਂ ਜੰਤ ਵਿੱਚੋਂ, ਕੁੱਲ ਜੀਆ ਜੰਤ ਤੋਂ ਸ੍ਰੇਸ਼ਟ ਹੈ। ਕੀ ਪ੍ਰਿੰਦ, ਕੀ ਚਰਿੰਦ, ਕੀ ਘਾਸਖੋਰ, ਮਾਸਾਹਾਰੀ, ਸਾਰੇ ਇਸ ਤੋਂ ਥੱਲੇ ਬਣਾਏ ਗਏ ਹਨ। ਜੰਗਲ ਦਾ ਬਾਦਸ਼ਾਹ ਸ਼ੇਰ ਭਾਵੇਂ ਕਿਤਨਾ ਬਲਵਾਨ ਤੇ ਜਬੇ ਵਾਲਾ ਹੁੰਦਾ ਹੈ, ਫਿਰ ਵੀ ਉਸਦੀ ਖਲ ਦਾ ਮਿਰਗਾਨ ਜੋਗੀਆਂ ਦੇ ਸੰਨਿਆਸੀਆਂ ਦੇ ਥੱਲੇ ਵਿਛਦਾ ਹੈ। ਕਦਾਵਾਰ ਹਾਥੀ ਮੁਹਾਵਤ ਦੇ ਛੋਟੇ ਬੱਚੇ ਦੇ ਹੱਥ ਵਾਲੇ ਅੰਕਸ ਤੇ ਇਸ਼ਾਰੇ ਤੇ ਚੱਲਦਾ ਹੈ। ਗੈਂਡੇ ਦੀ ਖਲ ਤੋਂ ਹੰਟਰ ਤੇ ਵੇਲ ਮੱਛੀਆਂ ਦੀਆਂ ਹੱਡੀਆਂ ਦੇ ਦਰਵਾਜ਼ੇ ਮਨੁੱਖ ਲਈ ਐਸ਼ ਦਾ ਸਮਾਨ ਹਨ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮਹਿ ਤੇਰੀ ਸਿਕਦਾਰੀ। ਭੂਮੰਡਲ ਦੇ ਵਾਸੀ ਤਾਂ ਕੀ ਦੇਵਤੇ ਵੀ ਇਸ ਦੇਹੀ ਨੂੰ ਤਰਸਦੇ ਹਨ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਡੂੰਗੀ ਖੋਜ ਕੀਤੀ ਜਾਵੇ ਤਾਂ ਇਸ ਨਤੀਜੇ ਤੇ ਪੁੱਜਦਾ ਹੈ ਕਿ ਇਹ ਜਨਮ ਤਾਂ ਮਿਲਿਆ ਹੀ ਪਰਮੇਸ਼ਰ ਪ੍ਰਾਪਤੀ ਵਾਸਤੇ ਹੈ। ਭਾਵੇਂ ਅੱਡੋ ਅੱਡ ਮਜ਼ਹਬਾਂ ਵਾਲੇ ਆਪੋ ਆਪਣੀ ਖਿੱਚ ਕਰਦੇ ਹਨ। ਮੁੱਲਾ ਕਹਿੰਦਾ ਹੈ ਮਨੁੱਖ ਖੁਦਾ ਦੀ ਸ਼ਕਲ ਤੋਂ ਬਣਾਇਆ ਗਿਆ ਹੈ। ਪੰਡਤ ਜੀ ਦੱਸਦੇ ਹਨ ਕਿ ਇਹ ਆਵਾਗਾਉਣ ਦੀ ਆਖਰੀ ਪੌੜੀ ਹੈ। ਭਾਵੇਂ ਇਹਨਾਂ ਦੀਆਂ ਗੱਲਾਂ ਵਿੱਚ ਮਤਭੇਦ ਹੈ, ਪਰ ਸਿਧਾਂਤ ਦੋਹਾਂ ਦਾ ਇੱਕੋ ਹੈ। ਗਊ ਦੇ ਰੰਗ ਨਾਲ ਕੀ ਕਾਲੀ ਹੋਵੇ ਜਾਂ ਗੋਰੀ, ਦੁੱਧ ਨਾਲ ਤਾਲੁਕ ਹੈ। ਭਾਵੇਂ ਕੁਛ ਕਹਿਣ, ਪਰ ਸਾਰੇ ਬਿਆਨ ਪਰਮੇਸ਼ਰ ਪ੍ਰਾਪਤੀ ਦੇ ਹਨ। ਗੁਰਬਾਣੀ ਵਿੱਚ ਦੱਸਿਆ ਹੈ, ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰੰਕਾਲ ਇਹ ਦੇ ਸੰਜਰੀਆ। ਜਦੋਂ ਇਸਦੇ ਜੁੰਮੇ ਇਤਨਾ ਵੱਡਾ ਕੰਮ ਹੈ ਤਾਂ ਫਿਰ ਇਸਦਾ ਇੱਕ ਇੱਕ ਮਿੰਟ ਵਡਮੁੱਲਾ ਹੋਵੇਗਾ ਤੇ ਕੋਈ ਸਵਾਸ ਵੀ ਅਜਾਈਂ ਗਵਾਉਣ ਵਾਲਾ ਨਹੀਂ। ਪਰ ਜਦੋਂ ਮਨੁੱਖਾਂ ਵੱਲ ਨਿਗਾਹ ਮਾਰੀਦੀ ਹੈ ਤਾਂ ਉਹ ਆਪਣਾ ਸਾਰਾ ਨਿਸਫਲ ਗਵਾਉਂਦੇ ਦੇਖੇ ਜਾਂਦੇ ਹਨ। ਜਿਨ੍ਹਾਂ ਵਿੱਚੋਂ ਕਈ ਮੋਹ ਮਾਇਆ ਦੇ ਜਾਲ ਵਿੱਚ ਫਸੇ ਪੇਟ ਦਾ ਧੰਦਾ ਸਾਰ ਰਹੇ ਹਨ। ਬਹੁਤ ਸਾਰੇ ਫਾਲਤੂ ਨਿਕੰਮੇ ਕੰਮਾਂ ਤੇ ਵਕਤ ਗਵਾ ਰਹੇ ਹਨ। ਕਈ ਵਾਰੀ ਮਨੁੱਖ ਬਾਜ਼ਾਰ ਵਿੱਚ ਦੀ ਲੰਘਦਾ ਇਹ ਪੁੱਛਦਾ ਕਿ ਕਿਸੇ ਪਾਸ ਤਾਸ਼ ਨਹੀਂ, ਇੱਕ ਦੋ ਬਾਜ਼ੀਆਂ ਹੀ ਲਾ ਲਈਏ। ਵੇਲਿਆਂ ਦਾ ਸਮਾਂ ਨਹੀਂ ਲੰਘਦਾ। ਪਰ ਹੈਰਾਨਗੀ ਦੀ ਗੱਲ ਹੈ, ਸਮਝ ਨਹੀਂ ਪੈਂਦੀ ਮਨੁੱਖ ਕੀ ਤੇ ਵੇਲਾ ਕੀ। ਇਹ ਤਾਂ ਇੱਕ ਇੱਕ ਸਵਾਸ ਹੀਰੇ ਜਵਾਹਰਾਤਾਂ ਤੋਂ ਵੀ ਅਮੋਲਕ ਹੈ, ਜਿਸਨੂੰ ਇਹ ਅਣਜਾਣ ਪੁਣੇ ਵਿੱਚ ਕੱਚ ਦੇ ਸਮਾਨ ਵਿਅਰਥ ਗਵਾ ਰਿਹਾ ਹੈ। ਪਰ ਗੁਰੂ ਕੇ ਸਿੱਖ ਇਹ ਅਮੋਲਕ ਸਮੇਂ ਨੂੰ ਇਉਂ ਨਹੀਂ ਬਰਬਾਦ ਕਰਦੇ, ਪਰਮੇਸ਼ਰ ਦੀ ਬੰਦਗੀ ਦੁਆਰਾ ਸਫਲ ਕਰਦੇ ਹਨ। ਇਹਨਾਂ ਪਵਿੱਤਰ ਬਚਨਾਂ ਦਾ ਇਹਨਾਂ ਦੇ ਮਨ ਤੇ ਬੜਾ ਅਸਰ ਹੋਇਆ। ਸਮੇਂ ਦੀ ਕਦਰ ਕਰਨ ਲੱਗ ਪਏ। ਗੁੰਗਾਪਨ ਤੇ ਬੋਲਾਪਨ ਦੂਰ ਹੋਇਆ। ਦਬੁਰਜੀ ਪਿੰਡ ਦਾ ਦਰਜੀ ਉਜਾਗਰ ਸਿੰਘ ਬੱਟੂ ਮੁੜ ਤੋਂ ਹੀ ਪਿੰਡ ਰਹਿੰਦਿਆਂ ਸੰਤ ਜੀ ਮਹਾਰਾਜ ਦਾ ਅਤਿਅੰਤ ਪ੍ਰੇਮੀ ਹੈ। ਸਮੇਤ ਪਰਿਵਾਰ ਅੰਮ੍ਰਿਤਪਾਨ ਕੀਤਾ, ਨਾਮ ਦਾ ਉਪਦੇਸ਼ ਲਿਆ। ਇਸਦੀ ਲੜਕੀ ਸੁਰਿੰਦਰ ਕੌਰ, ਉਸਦੀ ਜ਼ੁਬਾਨ ਬੰਦ ਹੋ ਗਈ ਅਤੇ ਕੁਝ ਬੋਲੇ ਨਾ ਕੁਝ ਸੁਣੇ। ਸਾਵਣ ਸੁਦੀ 10ਵੀਂ ਦੇ ਜੋੜ ਮੇਲੇ ਤੇ ਦਬਲਾਨ ਆਏ। ਉਰਸੀ ਦੇ ਸਮੇਂ ਸਰਦਾਰ ਕਰਨੈਲ ਸਿੰਘ ਪਟਿਆਲਾ ਦੇ ਤੇ ਭਾਨ ਸਿੰਘ ਭਗਤ ਜੀ ਦਬੁਰਜੀ ਦੇ ਰਾਹੀਂ ਸਮੇਂ ਵਾਸਤੇ ਬੇਨਤੀ ਕੀਤੀ। ਆਗਿਆ ਪਾ ਕੇ ਅੱਗੇ ਗਏ। ਹਜ਼ੂਰ ਦੇ ਦਰਸ਼ਨਾਂ ਸਮੇਂ ਪਿਓ ਧੀ ਨੇ ਸੱਜਾ ਤੇ ਖੱਬਾ ਚਰਨ ਫੜ ਕੇ ਛੱਡਿਆ ਹੀ ਨਾ। ਇਤਨਾ ਵੈਰਾਗ ਛੁੱਟਿਆ, ਹੰਝੂਆਂ ਨਾਲ ਚਰਨ ਗਿੱਲੇ ਕਰ ਦਿੱਤੇ। ਸੰਤ ਜੀ ਮਹਾਰਾਜ ਬਾਰ-ਬਾਰ ਧੀਰਜ ਦੇਣ ਤੇ ਕਹਿਣ, ਗੁਰੂ ਪਿਆਰਿਓ ਉਠੋ, ਹੌਸਲਾ ਕਰੋ, ਪਰਮੇਸ਼ਰ ਭਲੀ ਕਰੇਗਾ। ਸਰਦਾਰ ਕਰਨੈਲ ਸਿੰਘ ਪਟਿਆਲਾ ਸੇਵਾਦਾਰ ਨੇ, ਜੋ ਜਰਾ ਦੂਰ ਖੜਾ ਸੀ, ਕਾਲੇ ਪੈ ਕੇ ਆਖਿਆ, ਬੀਬੀ ਉਠੋ, ਚਰਨ ਛੱਡੋ, ਹੋਰਨਾਂ ਨੇ ਵੀ ਤਾਂ ਦਰਸ਼ਨ ਕਰਨੇ ਹਨ। ਤਾਂ ਸੰਤ ਜੀ ਮਹਾਰਾਜ ਬੋਲੇ, ਇਹ ਤਾਂ ਗੂੰਗੀ ਤੇ ਬੋਲੀ ਹੈ, ਇਸ ਨੂੰ ਕੀ ਕਹਿੰਦਾ ਹੈ, ਕਿਹੜਾ ਸੁਣਦੀ ਹੈ। ਅਤੇ ਨਾਲ ਹੀ ਸਿਰ ਤੇ ਹੱਥ ਰੱਖ ਕੇ ਇਸ਼ਾਰਾ ਕੀਤਾ, ਬਾਬਾ ਗੁਰੂ ਭਲੀ ਕਰੇਗਾ। ਉਸ ਸਮੇਂ ਹਜ਼ੂਰ ਦੇ ਬਚਨ ਸਦਕਾ ਜੋ ਬਾਤ
सो बात दुआ से होती है, मुर्शिद कामल जब मिले तब बात खुदा से होती है। कर हुक्म मस्तक हातर विचों बाहर कड्डियां बुराइयां, यथा समरथ गुरु सिर हाथ धरियो, गुर कीनी कृपा हर नाम दियो, जिस देख चरण अगन हरियो। ਕੰਨ ਤਾਂ ਤੜਕ ਦੇ ਕੇ ਖੁੱਲ ਗਏ ਪਰ ਜ਼ਬਾਨ ਹਜੇ ਬੰਦ ਹੈ। ਉਹ ਆਪਣੇ ਦੋਨੋਂ ਕੰਨਾਂ ਤੇ ਹੱਥ ਰੱਖ ਕੇ ਦੱਸੇ ਕਿ ਹੁਣ ਮੈਨੂੰ ਸੁਣਨ ਲੱਗ ਪਿਆ। ਤਾਂ ਜਾਣੀ ਜਾਣਦਾਤ ਨੇ ਕਿਹਾ, ਮੂਲ ਮੰਤਰ ਦਾ ਪਾਠ ਕਰ। ਪਹਿਲਾਂ ਤਾਂ ਉਸਦੀ ਜ਼ੁਬਾਨ ਚੱਲੀ ਨਾ, ਫਿਰ ਹੌਲੀ ਹੌਲੀ ਬੋਲਿਆ, ਕੋਈ ਸਮਝ ਨਾ ਪਵੇ। ਸੰਤ ਜੀ ਮਹਾਰਾਜ ਆਪ ਅੱਗੇ ਅੱਗੇ ਬੋਲਣ ਲੱਗੇ ਕਿ ਇਉਂ ਆਖ। ਬਸ ਫੇਰ ਕੀ ਸੀ, ਬਿਜਲੀ ਦੇ ਕਰੰਟ ਵਾਂਗੂ ਜ਼ੁਬਾਨ ਵੀ ਇੱਕਦਮ ਖੁੱਲ ਗਈ। ਇਉਂ ਬੋਲਣ ਲੱਗ ਪਈ ਜਿਵੇਂ ਕਿਸੇ ਚੀਜ਼ ਨੇ ਅੰਦਰੋਂ ਪਕੜੀ ਹੋਈ ਜ਼ੁਬਾਨ ਛੱਡ ਦਿੱਤੀ ਹੋਵੇ। ਤਾਂ ਫੇਰ ਤਾਂ ਸਾਰੀ ਸੰਗਤ ਵਿੱਚ ਉੱਚੀ ਉੱਚੀ ਗੁਰਬਾਣੀ ਦੇ ਸ਼ਬਦਾਂ ਨੂੰ ਬੋਲਣ ਲੱਗ ਪਈ। ਪਹਿਲਾਂ ਵੀ ਹਰ ਰੋਜ਼ ਸੁਖਮਨੀ ਸਾਹਿਬ ਸਮੇਤ 5 ਬਾਣੀਆਂ ਦਾ ਜੋ ਇਸ ਦੇ ਕੰਠ ਸਨ ਨਿਤਨੇਮ ਕਰਦੀ। ਇਹ ਪ੍ਰਤੱਖ ਨਜ਼ਾਰਾ ਦੇਖ ਸਾਰੀ ਸੰਗਤ ਹੈਰਾਨ ਹੋ ਗਈ। ਇਹਨਾਂ ਦੇ ਅਤੇ ਹੋਰ ਪ੍ਰੇਮੀਆਂ ਦੇ ਅੰਦਰ ਵਧੇਰੇ ਸ਼ਰਧਾ ਹੋ ਆਈ। ਜੋ ਕੂਕਰ ਦਰ ਦਰ ਫਿਰੈ ਦੁਰ ਦੁਰ ਕਰੈ ਸਭ ਕੋਏ, ਜੋ ਏਕ ਦਰ ਕਾ ਹੋ ਰਹੇ ਦੁਰ ਦੁਰ ਕਰੇ ਨਾ ਕੋਏ। ਇਸ ਉਪਰੰਤ ਦਿਆਲ ਜੀ, ਭਾਈ ਕਰਤਾਰ ਸਿੰਘ ਜੀ, ਰਵਿਦਾਸੀਆ ਸਿੰਘ ਅਨੰਨ ਪਿਆਰ ਭਰੀ ਖਿੱਚ ਦੇ ਵਸ ਕੀਤੇ। ਇਸ ਦੇ ਘਰ ਵੀ ਚਰਨ ਪਾਏ। ਇਸ ਦਾ ਲੜਕਾ ਕਰਨੈਲ ਸਿੰਘ ਉਮਰ 5 ਸਾਲ ਬੋਲਦਾ ਨਹੀਂ ਸੀ। ਅਰਜ਼ ਕੀਤੀ, ਕੁਝ ਦੇਰ ਆਪ ਅੰਤਰਮੁਖ ਹੋਏ, ਫਿਰ 5 ਇਲਾਇਚੀਆਂ ਇਸ ਨੂੰ ਦਿੱਤੀਆਂ। ਇਸਨੇ ਇੱਕੋ ਵਾਰ ਮੁਖ ਚ ਪਾ ਲਈਆਂ। ਉਸ ਸਮੇਂ ਜ਼ਬਾਨ ਖੁੱਲ ਗਈ। ਦਾਤੇ ਦੇ ਭੰਡਾਰੇ ਅਨੇਕ ਕਥਾਵਾਂ ਮਹਾਂਪੁਰਸ਼ਾਂ ਦੀਆਂ ਹਨ। ਦਾਤੇ ਦੇ ਭੰਡਾਰੇ ਸੁਤੇ ਸ਼ਰਧਾਲੂਆਂ ਦੀਆਂ ਝੋਲੀਆਂ ਭਰ ਰਹੇ ਸਨ। ਕਿਸੇ ਨੂੰ ਪੁੱਤਰ ਦੀ ਦਾਤ, ਕਿਸੇ ਦੀ ਰੋਗ ਤੋਂ ਖਲਾਸੀ, ਗਿਣਤੀ ਨਹੀਂ ਕੀਤੀ ਜਾਂਦੀ। ਡਾਕਟਰ ਪ੍ਰੀਤਮ ਸਿੰਘ ਦੇ ਘਰ ਪੋਤਰੇ ਦੀ ਦਾਤ, ਮਾਸਟਰ ਦਰਸ਼ਨ ਸਿੰਘ ਧਰੌੜਾ ਦੇ ਘਰ ਛੋਟੇ ਸੰਤ ਜੀ ਮਹਾਰਾਜ, ਉਹਨਾਂ ਦੇ ਬਚਨਾਂ ਨਾਲ ਪੁੱਤਰ ਦੀ ਦਾਤ, ਕਵੱਦੀ ਦੇ ਅਲਵੇਲ ਸਿੰਘ ਦੇ ਘਰ ਲੜਕੇ ਦੀ ਦਾਤ, ਅਨੇਕਾਂ ਪ੍ਰੇਮੀਆਂ ਦੀਆਂ ਝੋਲੀਆਂ ਭਰੀਆਂ। ਸ਼੍ਰੀ ਹਜ਼ੂਰ ਤੇ ਬਹੁਤ ਹੀ ਸ਼ਰਧਾ ਹੋਣ ਕਰਕੇ ਅੰਮ੍ਰਿਤਪਾਨ ਕਰ ਤੇ ਗੁਰੂ ਮੰਤਰ ਦੇ ਜਾਪ ਦੀ ਜੁਗਤੀ ਔਰ ਉਪਦੇਸ਼ ਪ੍ਰਾਪਤ ਕੀਤਾ। ਸ਼੍ਰੀ ਹਜ਼ੂਰ ਨੇ ਪ੍ਰਸੰਨ ਹੋ ਕੇ ਇੱਕ ਸਿਮਰਨਾ, ਇੱਕ ਆਪਣੀ ਫੋਟੋ ਔਰ ਗੁਰਸ਼ਬਦ ਦੀ ਦਾਤ ਬਖਸ਼ਿਸ਼ ਕੀਤੀ। ਨੌਕਰੀ ਕਰਦਿਆਂ 20-30 ਮੀਲ ਤੱਕ ਹਜ਼ੂਰ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਰਹੇ। ਹਜ਼ੂਰ ਦੀ ਖਿੱਚ ਦਾ ਸਦਕਾ 10 ਸਾਲ ਪਹਿਲਾਂ ਹੀ ਨੌਕਰੀ ਤੋਂ ਛੁੱਟੀ ਲੈ ਕੇ ਸੱਚੀ ਸਰਕਾਰ ਦੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਸੰਤ ਮਹਾਰਾਜ ਜੀ ਦੇ ਨਾਂ ਤੇ ਸੰਤ ਈਸ਼ਰ ਭਵਨ ਸੋਹੀਆ ਰੋਡ ਸੰਗਰੂਰ ਵਿਖੇ ਅਸਥਾਨ ਬਣਾਇਆ, ਜਿਸ ਦਾ ਨੀਂਹ ਪੱਥਰ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਦਬੁਰਜੀ ਜੀ ਪਾਸੋਂ ਰਖਵਾਇਆ। ਇੱਕ ਗੁਰਦੁਆਰਾ ਤੇ ਕਾਲਜ ਸ਼ਾਹੜ ਪਿੰਡ ਬਣਵਾਇਆ ਅਤੇ ਸ਼੍ਰੀ ਸੰਤ ਜੀ ਮਹਾਰਾਜ ਦੀ ਬਰਸੀ ਨੂੰ ਹਰ ਸਾਲ 29, 30, 31 ਅਗਸਤ ਨੂੰ ਭਾਰੀ ਜੋੜ ਮੇਲਾ ਹੁੰਦਾ ਹੈ। ਸੇਵਾ ਤੋਂ ਮਿਲਦਾ ਮੇਵਾ। ਭਾਈ ਦਲੀਪ ਸਿੰਘ ਬਿਲਾਸਪੁਰ ਪਿੰਡ ਤੋਂ ਛੋਟੀ ਉਮਰੇ ਹੀ ਭੋਰੇ ਅੰਦਰ ਫੁਲਵਾੜੀ ਦੀ ਸੇਵਾ ਕਰਦਾ ਰਿਹਾ। 1963 ਵਿੱਚ ਮਹਾਰਾਜ ਜੀ ਨਾਲ ਦਿੱਲੀ ਚਲਾ ਗਿਆ। ਉੱਥੇ ਬਸਤਰ ਧੋਣ, ਪ੍ਰੈਸ ਕਰਨ ਦੀ ਸੇਵਾ ਕਰਦਾ ਰਿਹਾ। ਗੱਡੀ ਚਲਾਉਣ ਦਾ ਲਾਇਸੈਂਸ ਬਣਵਾ ਕੇ ਜਥੇ ਵਾਲੀ ਜੀਪ ਚਲਾਉਣ ਲੱਗ ਪਿਆ। ਸੇਵਾ ਤੋਂ ਮਿਲਦਾ ਮੇਵਾ ਅਨੁਸਾਰ ਇਸਦੇ ਮਿੱਠ ਬੋਲੇ ਮਿਲਣਸਾਰ ਸੁਭਾਅ ਕਾਰਨ ਕੋਕਾ ਕੋਲਾ ਵਾਲਿਆਂ ਨੇ ਬਰਨਾਲੇ ਕੋਕਾ ਕੋਲੇ ਦੀ ਏਜੰਸੀ ਦੇ ਦਿੱਤੀ। ਮਹਾਂਪੁਰਸ਼ਾਂ ਦੇ ਦੀਵਾਨ ਸਮੇਂ ਇਸਨੇ ਬਹੁਤ ਸ਼ਰਧਾ ਨਾਲ ਸੇਵਾ ਕੀਤੀ। ਕਰਤਾਰ ਨੇ ਇਸ ਨੂੰ 2 ਭੁਜੰਗੀਆਂ ਦੀ ਦਾਤ ਵੀ ਬਖਸ਼ ਦਿੱਤੀ। ਇਸ ਨਾਲ ਇਹ ਦਾਤਾਂ ਨਾਲੋਂ ਵੱਧ ਦਤਾਰ ਨਾਲ ਪਿਆਰ ਕਰਕੇ ਆਪਣਾ ਸਮਾਂ ਬਿਤਾਉਂਦਾ ਰਿਹਾ। ਤੈਸਾ ਰੰਕ ਤੈਸਾ ਰਾਜਾਨ 1953 ਵਿੱਚ ਬਿਲਾਸਪੁਰ ਪਿੰਡ 8 ਦੀਵਾਨ ਕਰਕੇ ਪ੍ਰੇਮੀਆਂ ਦੇ ਘਰ ਘਰ ਚਰਨ ਪਾਏ। ਸਾਰੇ ਪਿੰਡ ਵਿੱਚ ਚਰਨ ਪਾਏ ਤਾਂ ਗਰੀਬ ਨਵਾਜ ਨੂੰ ਕੁਝ ਪ੍ਰੇਮ ਤਰੰਗਾਂ ਖਿੱਚ ਪਾ ਰਹੀਆਂ ਸਨ। ਆਪ ਨੇ ਪੁੱਛਿਆ ਕਿ ਹੋਰ ਕੋਈ ਤਾਂ ਨਹੀਂ ਰਿਹਾ।
ਸਭ ਆਪੋ ਆਪਣੇ ਘਰੀ ਚਰਨ ਪਵਾ ਕੇ ਮਸਤ ਸਨ। ਕਿਸੇ ਦੇ ਚਿੱਤ ਚੇਤੇ ਨਹੀਂ ਸੀ ਕਿ ਕੋਈ ਹੈ ਜੋ ਇੰਤਜ਼ਾਰ ਕਰਦਾ ਹੋਵੇਗਾ। ਇੱਕ ਪ੍ਰੇਮੀ ਅੱਗੇ ਵਧਿਆ ਤੇ ਬੇਨਤੀ ਕੀਤੀ, ਗਰੀਬ ਨਿਵਾਜ, ਧੰਨ ਹੋ ਮਹਾਰਾਜ ਬਾਜੀਗਰ ਆਪ ਜੀ ਦਾ। ਆਪਣੀਆਂ ਝੌਂਪੜੀਆਂ ਵਿੱਚ ਇੰਤਜ਼ਾਰ ਕਰ ਰਹੇ ਸਨ। ਬੇਨਤੀ ਸੁਣ ਕੇ ਸੰਤ ਮਹਾਰਾਜ ਜੀ ਆਪਣੇ ਆਪ ਹੀ ਵਜ਼ੀਰੇ ਦੀ ਛੱਪਰੀ ਅੰਦਰ ਚਲੇ ਗਏ। ਛੱਪਰੀ ਦਾ ਦਰ ਛੋਟਾ ਸੀ। ਹਜ਼ੂਰ ਨੂੰ ਸਿਰ ਨਵਾਉਣਾ ਪਿਆ। ਨਾਲੇ ਬਚਨ ਕੀਤਾ, ਤੇਰੀ ਛੱਪਰੀ ਤਾਂ ਭਾਗਾਂ ਵਾਲੀ ਐ ਤੇ ਟੁੱਕ ਭਰੀ ਪੜੀ। ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ। ਕਿਤ ਹੀ ਕਾਮਨਾ ਧੌਲ ਹਰ ਜਿਤ ਹਾਰ ਬਿਸਰਾਏ। ਕਬੀਰ ਸੰਤਨ ਕੀ ਚੁਗਿਆ ਪਲੀ। ਪੱਠ ਕੁਸ਼ਤੀ ਗਾਓ ਆਗ ਲਗਾਓ ਤੇ ਧੌਲ ਹਰ ਜਿਹ ਨਾਹੀ ਹਰ ਕੋ ਨਾਉ। ਇੱਥੇ ਮਨ ਨੂੰ ਸ਼ਾਂਤੀ ਮਿਲਦੀ ਹੈ। ਸਕੂਨ ਕਲਬ आखिर मैंने चौपड़ों में पाया है। मिलता है कम यह इबानों की दुनिया में। अंदर मंजे ते जा बैठे ਜੋ ਉਹਨਾਂ ਨੇ ਪ੍ਰੀਤਮ ਦੀ ਉਡੀਕ ਵਿੱਚ ਪਹਿਲਾਂ ਹੀ ਵਿਛਾ ਰੱਖਿਆ ਸੀ। ਇਹਨਾਂ ਦਾ ਪ੍ਰੇਮ ਦੇਖ ਕੇ ਫਿਰ ਬਚਨ ਕੀਤਾ, ਗੁਰਮੁਖੋ ਨਿਹਾਲ ਹੋ ਗਏ। ਗੁਰੂ ਘਰ ਤੇ ਸ਼ਰਧਾ ਰੱਖੋ, ਕਿਸੇ ਚੀਜ਼ ਦਾ ਘਾਟਾ ਨਹੀਂ ਰਹੇਗਾ। ਹੋਰ ਕੁੱਲੀਆਂ ਵਾਲਿਆਂ ਨੇ ਅਰਜ਼ ਕੀਤੀ। ਚਰਨ ਪਾ ਕੇ ਸਾਰਿਆਂ ਦੀ ਭਾਵਨਾ ਪੂਰੀ ਕੀਤੀ। ਪਹਿਲਾਂ ਹਰੇਕ ਸਾਲ ਇਹਨਾਂ ਦੀਆਂ ਕੁੱਲੀਆਂ ਨੂੰ ਅਚਾਨਕ ਅੱਗ ਲੱਗ ਜਾਂਦੀ। ਜਿਤਨਾ ਸਮਾਨ ਅੰਦਰ ਹੁੰਦਾ ਉਹ ਸੜ ਕੇ ਸਵਾਹ ਦੀ ਢੇਰੀ ਬਣ ਜਾਂਦਾ। ਪਿੰਡ ਵਾਲਿਆਂ ਨੇ ਫਿਰ ਉਗਰਾਹੀ ਕਰਕੇ ਕੁੱਲੀਆਂ ਬਣਾਉਣ ਵਾਸਤੇ ਸਮਾਨ ਦੇਣਾ, ਫਿਰ ਹੋਰ ਤਿਆਰ ਕਰਨੀਆਂ। ਇਉਂ ਕਈ ਸਾਲਾਂ ਤੋਂ ਅੱਗ ਸਾੜ ਜਾਂਦੀ ਸੀ। ਇਹਨਾਂ ਨੇ ਦਾਤੇ ਪਾਸ ਅਰਜ਼ ਕੀਤੀ, ਗਰੀਬ ਨਵਾਜ ਕਿਰਪਾ ਕਰੋ ਅੱਗ ਨਾ ਲੱਗੇ। ਮਿਹਰਬਾਨ ਨੇ ਬਚਨ ਕੀਤਾ, ਅੱਜ ਤੋਂ ਅੱਗ ਨਹੀਂ ਲੱਗੇਗੀ। ਤੁਸੀਂ ਵੀ ਗੁਰੂ ਸਥਾਨ ਤੇ ਜਾ ਕੇ ਜਿਹੋ ਜੀ ਹੋ ਸਕੇ ਹੱਥੀਂ ਸੇਵਾ ਕਰਿਆ ਕਰੋ। ਸੰਗਰਾਂਦ, ਪੂਰਨਮਾਸ਼ੀ ਦੇ ਜੋੜ ਮੇਲੇ, ਸੰਗਤ ਦੇ ਜੋੜੇ ਸੰਭਾਲਣ ਦੀ ਡਿਊਟੀ ਕਰਿਆ ਕਰੋ। ਅੱਗ ਨਹੀਂ ਲੱਗੇਗੀ। ਇਹਨਾਂ ਨੇ ਸਤ ਬਚਨ ਕਿਹਾ। ਆਪ ਜੀ ਬਾਹਰ ਆ ਗਏ। ਫਿਰ ਮੁੜ ਕੇ ਕਦੀ ਵੀ ਅੱਗ ਨਹੀਂ ਲੱਗੀ। ਇਹ ਵੀ ਭਾਵਨਾ ਅਨੁਸਾਰ ਉਸੇ ਬਚਨ ਦੀ ਪਾਲਣਾ ਕਰਦੇ ਹੋਏ ਅਸਥਾਨ ਤੇ ਸੇਵਾ ਕਰਦੇ ਹਨ। ਕਾਂਡ 26ਵਾਂ। ਭਾਈ ਹਰਚੰਦ ਸਿੰਘ ਮੂਲੋਵਾਲ। ਸੁੱਤੇ ਜਦੋਂ ਭਾਗ ਜਾਗਦੇ। ਮੂਲੋਵਾਲ ਦਾ ਨੌਜਵਾਨ ਹਰਚੰਦ ਸਿੰਘ 13 ਸਾਲ ਦੀ ਉਮਰ 'ਚ ਪੂਰੀ ਤਰ੍ਹਾਂ ਕੁਸੰਗ ਨੇ ਘੇਰ ਲਿਆ। 10 ਨੰਬਰੀਆ ਬਣ ਪੁਲਿਸ ਤੋਂ ਪਰੇਸ਼ਾਨ ਹੁੰਦਾ ਰਿਹਾ। ਸੁੱਤੇ ਭਾਗ ਉਦੇ ਹੋਏ 1964 ਵਿੱਚ ਮਾਰਚ ਮਹੀਨੇ ਖੇੜੀ ਚਹਿਲਾਂ ਮਹਾਂਪੁਰਸ਼ਾਂ ਦੇ ਦੀਵਾਨ ਵਿੱਚ ਪੂਰਬਲੇ ਸੰਸਕਾਰ ਦੀਵਾਨ ਵਿੱਚ ਲੈ ਗਏ। ਮਹਾਂਪੁਰਸ਼ਾਂ ਨੇ ਸ਼ਬਦ ਦਾ ਬਾਣ ਸਿੰਨ ਕੇ ਮਾਰਿਆ ਤੇ ਧਾਰਨਾ ਪੜੀ, ਲੇਖਾ ਦੇਣਾ ਪੈ ਜੂਗਾ, ਰਜ ਰਜ ਪਾਪ ਕਮਾਉਣਾ, ਲੇਖਾ ਮੰਗੂਗਾ ਧਰਮ ਰਾਜਾ ਬਾਣੀਆਂ, ਨਿਮਾਣੀ ਤੇਰੀ ਜਿੰਦੜੀ ਤੋਂ। ਪਾਪ ਕਰੇਦੜ ਸਰ ਪਰ ਮੁੱਠੇ, ਅਜ਼ਰਾਇਲ ਫੜ ਕੁੱਠੇ, ਦੋਜਕ ਪਾਏ ਸਿਰਜਣਹਾਰਾ, ਲੇਖਾ ਮੰਗੈ ਬਾਣੀਆਂ। ਅਨਕਾਏ ਰਾਤੜਿਆਂ ਵਾਟ ਦੁਹੇਲੀ ਰਾਮ, ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ। ਨਾਨਕ ਆਖੈ ਰੇ ਮਨਾ, ਸੁਣੀਆਂ ਸਿੱਖ ਸਹੀ, ਲੇਖਾ ਰੱਬ ਮੰਗੇਸਿਆਂ, ਬੈਠਾ ਕੱਢ ਵਹੀ। ਸੂਰਮੇ ਮਹਾਂਪੁਰਸ਼ ਇੱਕੋ ਧਾਰਨਾ ਕਾਇਲ ਕਰ ਗਈ। ਉਸੇ ਜਗ੍ਹਾ ਬੈਠਿਆਂ ਪ੍ਰਣ ਕਰ ਲਿਆ, ਅੱਜ ਤੋਂ ਕੋਈ ਮਾੜਾ ਕੰਮ ਨਹੀਂ ਕਰਨਾ, ਮਾਸ ਸ਼ਰਾਬ ਨੂੰ ਹੱਥ ਨਹੀਂ ਲਾਉਣਾ। ਫਿਰ ਘਰ ਆ ਕੇ 40 ਦਿਨ ਵਿੱਚ 1.25 ਲੱਖ ਮੂਲ ਮੰਤਰ ਦਾ ਜਾਪ ਕੀਤਾ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਦੇ ਮਹਾਵਾਕ ਅਨੁਸਾਰ 10 ਨੰਬਰੀਆਂ 'ਚੋਂ ਵੀ ਨਾਮ ਕੱਟਿਆ ਗਿਆ। ਸਾਰੇ ਲੋਕ ਸਤਿਕਾਰ ਕਰਨ ਲੱਗ ਪਏ। ਫਿਰ ਦਬਲਾਣ 10ਵੀਂ ਤੇ ਜੋੜ ਮੇਲੇ ਸਮੇਂ ਦਾਤੇ ਦਾ ਇਕਾਂਤ ਵਿੱਚ ਦੀਦਾਰ ਕੀਤਾ। ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਕਿਰਪਾ ਕਰੋ। ਆਪ ਜੀ ਬੋਲੇ, ਪਹਿਲਾਂ ਕੰਮ ਹੀ ਕਰਦਾ ਰਿਹਾ। ਇਸ ਨੇ ਝਿਜਕ ਹੋ ਕੇ ਕਿਹਾ, ਜੋ ਤੁਸੀਂ ਦੀਵਾਨ ਵਿੱਚ ਮਾੜੇ ਦੱਸਦੇ ਹੋ ਸਾਰੇ ਹੀ ਕਰਦਾ ਰਿਹਾ ਹਾਂ। ਫਿਰ ਬਚਨ ਕੀਤਾ, ਏਦਾਂ ਭਾਈ ਹੁਣ ਹੋਣੇ ਨਹੀਂ। ਇਸਨੇ ਕਿਹਾ, ਜੀ 7 ਬਚਨ, ਹੁਣ ਤਾਂ ਸਭ ਕੁਝ ਛੱਡ ਕੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਇਆ ਹਾਂ। ਆਪ ਕਿਰਪਾ ਕਰਕੇ ਦੱਸੋ ਕਿ ਜੀਵ ਹਿੰਸਾ ਕਿਸ ਨੂੰ ਕਹਿੰਦੇ ਹਨ।
ਹਜੂਰ ਬੋਲੇ ਹਿੰਸਾ ਤੇ ਅਹਿੰਸਾ। ਹਿੰਸਾ ਤੇ ਅਹਿੰਸਾ ਪਾਰਸਨਾਥ ਅਵਿਵੇਕ ਦੀ ਸੈਨਾ। ਇਸ ਦੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਕਰਾਂਗੇ। ਬੋਲਦਿਆਂ ਵਿਚਾਰਦਿਆਂ ਅਨੇਕਾਂ ਹੋਈਆਂ ਗਲਤੀਆਂ ਸਾਰੀ ਸੰਗਤ ਮਾਫ ਕਰਨੀਆਂ ਜੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਜਿਤਨੀ ਵੀ ਸੰਗਤ ਇਸ ਸੰਤ ਆਸ਼ਰਮ ਸਾਹਿਬ ਵਿੱਚ ਬੈਠ ਕਰਕੇ ਸਰਵਣ ਕਰ ਰਹੀ ਹੈ ਅਤੇ ਆਪ ਸਭ ਸੰਗਤਾਂ ਲਾਈਵ ਸਰਵਣ ਕਰ ਰਹੇ ਹੋ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਸਾਰੀ ਸੰਗਤ ਇਸ ਕਥਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਤੇ ਪੇਜ ਨੂੰ ਲਾਈਕ ਫੋਲੋ ਜ਼ਰੂਰ ਕਰਿਆ ਕਰੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਰੀ ਸੰਗਤ ਮਨ ਚਿਤ ਬੁੱਧ ਨੂੰ ਇਕਾਗਰ ਕਰਕੇ ਧਿਆਨ ਨਾਲ ਸਰਵਣ ਕਰਿਆ ਕਰੋ ਅਤੇ ਸਭ ਸੰਗਤਾਂ ਨੂੰ ਸ਼ੇਅਰ ਕਰਿਆ ਕਰੋ ਜੋ ਕਥਾ ਦੇ ਚਾਹਵਾਨ ਹਨ। ਜਿਹੜੇ ਕਥਾ ਨਹੀਂ ਸੁਣਨੀ ਚਾਹੁੰਦੇ ਉਹ ਕਿਰਪਾ ਕਰਕੇ ਇਸ ਪੇਜ ਤੋਂ ਦੂਰ ਹੀ ਰਿਹਾ ਕਰਨ। ਜੋ ਕਮੈਂਟਾਂ ਵਿੱਚ ਬਹੁਤ ਗਲਤ ਲਿਖਦੇ ਹਨ ਸੰਤ ਜੀ ਮਹਾਰਾਜ ਬਾਰੇ, ਕਿਰਪਾ ਕਰਕੇ ਦੂਰ ਹੀ ਰਿਹਾ ਕਰੋ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਬੋਲਦਿਆਂ ਵਿਚਾਰਦਿਆਂ ਅਨੇਕਾਂ ਗਲਤੀਆਂ ਮਾਫ। ਬੁਲਾਓ ਫਤਿਹ ਸਾਹਿਬ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।